वाहिगुरू जी का खालसा वाहिगुरू जी की फतेह। वर्ल्ड सिख अपडेट देख रहे सारे दर्शकों का निੱਘਾ स्वागत है। नित नਵੇਂ आए दिन कोई ना कोई पंजाब विच हादसे होते रहते ने, या कहिए कि पंजाब एक हादसियां दा ही स्टेट बनती जा रही है। नशिਆਂ ਨੂੰ ਲੈ ਕੇ ਤੇ ਪਹਿਲੇ ਵੀ ਬਹੁਤ पंजाब विच जिस तरह रहा उस तरह ही एक नवा होर एक केस आया सामने कि जहरीली शराब पी के लगभग 130-35 के आस पास ਜਿਹੜੇ मौतां हो चुकियां ने। ਤੇ ਉਸ ਤੇ ਸਰਕਾਰਾਂ ਤੇ ਇਲਜ਼ਾਮ ਲੱਗ ਰਿਹਾ, ਕੁਝ ਪੋਲੀਟੀਕਲ ਪਾਰਟੀਆਂ ਇੱਕ ਦੂਸਰੇ ਦੇ ਜੋ ਉਹਨਾਂ ਦੀ ਆਦਤ ਹੈ ਜੋ ਇਲਜ਼ਾਮ ਲਾਉਂਦੇ ਨੇ। ਉਸੇ ਸਿਲਸਿਲੇ 'ਚ ਇੱਕ ਨਵਾਂ ਨਿਕਲ ਕੇ ਆਇਆ ਜੀ ਕਿ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਉੱਥੇ ਸ਼ਗੂਫਾ ਜਿਹਾ ਜਿਹਨੂੰ ਕਹੀਏ ਅਸੀਂ ਛੱਡਿਆ। ਆਮ ਆਦਮੀ ਪਾਰਟੀ ਦਾ ਕਹਿਣਾ ਜੀ ਕਿ ਜਿਹੜੇ ਮਰੇ ਨੇ ਉਹਨਾਂ ਨੂੰ ਇੱਕ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਏ ਤੇ ਨਾਲ 20 ਲੱਖ ਰੁਪਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਸੋ ਉਸ ਹਿਸਾਬ ਨਾਲ ਤੇ ਪੰਜਾਬ ਵਿੱਚ ਕੀ ਮਤਲਬ ਹਰ ਜਗ੍ਹਾ ਤੇ ਫਿਰ ਅਸੀਂ ਸੋਚਦੇ ਹਾਂ ਕਿ ਦਿੱਲੀ ਵੀ ਜਾ ਕੇ ਕੇਜਰੀਵਾਲ ਦੇ ਜਾ ਕੇ ਖੜੇ ਹੋ ਜਾਈਏ ਸਾਹਮਣੇ ਕਿ ਜਿਹੜਾ ਸ਼ਰਾਬੀ ਉਹਨੂੰ 20 ਲੱਖ ਰੁਪਏ ਦੇਈ ਜਾਓ ਤੇ ਸ਼ਹੀਦਾਂ 'ਚ ਨਾਮ ਲਿਖੀ ਜਾਓ। ਸੋ ਉਸੇ ਸਿਲਸਿਲੇ 'ਚ ਗੱਲਬਾਤ ਕਰਨ ਲਈ ਤਿੰਨ ਮਹਿਮਾਨ ਹਾਜ਼ਰ ਨੇ ਇੱਥੇ। ਜਸਬੀਰ ਸਿੰਘ ਪੱਟੀ ਜੋ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਨੇ, ਦੂਜੇ ਸਾਡੇ ਮਹਿਮਾਨ ਹੈਗੇ ਨੇ ਐਡਵੋਕੇਟ ਮਨਕਨਦੀਪ ਸਿੰਘ ਬੰਮੀ ਜੋ ਦਿੱਲੀ ਹਾਈ ਕੋਰਟ ਵਿੱਚ ਵਕੀਲ ਹੈਗੇ ਨੇ, ਤੇ ਤੀਸਰੇ ਸਾਡੇ ਨਾਲ ਹੈਗੇ ਨੇ ਸਰਦਾਰ ਗੁਰਦੇਵ ਸਿੰਘ ਬਟਾਲਵੀ ਜੋ ਇੱਕ ਐਕਟਿਵਿਸਟ ਵੀ ਨੇ ਤੇ ਕੌਮ ਦੇ ਵਿੱਚ ਉਹਨਾਂ ਨੇ ਕਾਫੀ ਯੋਗਦਾਨ ਰਿਹਾ। ਸੋ ਆਓ ਸ਼ੁਰੂਆਤ ਕਰੀਏ ਉਹਨਾਂ ਨਾਲ। ਸ਼ੁਰੂਆਤ ਅਸੀਂ ਪੱਟੀ ਸਾਹਿਬ ਤੁਹਾਡੇ ਤੋਂ ਕਰਦੇ ਹਾਂ। ਪੱਟੀ ਸਾਹਿਬ, ਇਹ ਜਿਹੜਾ ਹੋਇਆ ਹਾਦਸਾ ਇਹਦੇ ਬਾਰੇ ਪਹਿਲੀ ਗੱਲ ਤੇ ਮੇਰਾ ਮਤਲਬ ਸਵਾਲ ਹੈ ਕਿ ਕਸੂਰਵਾਰ ਕਿਹਨੂੰ ਮੰਨਦੇ ਹੋ, ਪਬਲਿਕ ਨੂੰ ਜਾਂ ਸਰਕਾਰਾਂ ਨੂੰ, ਐਡਮਿਨਿਸਟ੍ਰੇਸ਼ਨ ਨੂੰ? ਇਹਦੇ ਵਿੱਚ ਸਾਰੇ ਹੀ ਕਸੂਰਵਾਰ ਨੇ। ਅੱਜ ਦੀ ਡੇਟ ਦੇ ਵਿੱਚ ਵੀ ਜਿੱਥੇ ਸ਼ਰਾਬ ਨਿਕਲਦੀ ਆ ਸਰਹੱਦੀ ਖੇਤਰ ਦੇ ਵਿੱਚ ਉੱਥੇ ਥਾਣਿਆਂ ਦੀ ਬੋਲੀ ਹੁੰਦੀ। ਅੱਜ ਦੀ ਡੇਟ ਦੇ ਵਿੱਚ ਜਿਹੜਾ ਥਾਣੇਦਾਰ ਵੱਧ ਪੈਸੇ ਦਿੰਦਾ ਉਹਨੂੰ ਉੱਥੇ SHO ਲਾ ਦਿੱਤਾ ਜਾਂਦਾ। ਤੇ ਫਿਰ ਤੁਸੀਂ ਆਪ ਦੱਸੋ ਵੀ ਸਰਕਾਰ ਵੀ ਜ਼ਿੰਮੇਵਾਰ ਆ, ਸਮਾਜ ਵੀ ਜ਼ਿੰਮੇਵਾਰ ਆ ਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ। ਸਮਾਜ ਇਸ ਕਰਕੇ ਜ਼ਿੰਮੇਵਾਰ ਤੁਸੀਂ ਆਪ ਜਿਹੜੀਆਂ ਬੁਰਾਈਆਂ ਫੈਲਾਉਂਦੇ ਹੋ। ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਡੇ ਇੱਥੇ ਵਰਜਿਤ ਹੋਣੀ ਚਾਹੀਦੀ ਸ਼ਰਾਬ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਤੇ ਦੂਜੇ ਪਾਸੇ ਇਸ ਵੇਲੇ ਸਭ ਤੋਂ ਵੱਧ ਜੇ ਇੰਡੀਆ 'ਚ ਸ਼ਰਾਬ ਪੀਤੀ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਪੀਤੀ ਜਾਂਦੀ ਹੈ। ਅਸੀਂ 6200 ਕਰੋੜ ਦੀ ਜੇ ਸ਼ਰਾਬ ਪੀ ਜਾਂਦੇ ਸਾਲ ਦੀ, ਤੇ ਬਾਕੀ ਕੀ ਰਹਿ ਗਿਆ ਜੀ? ਐਡਵੋਕੇਟ ਸਾਹਿਬ 1977 ਜਦੋਂ ਸਰਕਾਰ ਬਣੀ ਸੀ ਬਾਦਲ ਸਰਕਾਰ, ਉਹਦੇ ਵਿੱਚ ਇੱਕ ਮੰਤਰੀ ਹੁੰਦੇ ਸੀ ਸੁਖਜਿੰਦਰ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਫਾਦਰ। ਉਹਨਾਂ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀਗਾ ਵੀ ਭਾਈ ਅਸੀਂ ਸਰਕਾਰ ਕੋਲੋਂ ਅੱਜ ਦੀ ਡੇਟ ਦੇ ਵਿੱਚ 55 ਕਰੋੜ ਰੁਪਏ ਦੀ ਠੇਕਿਆਂ ਤੋਂ ਸ਼ਰਾਬ ਲੈ ਕੇ ਪੀਂਦੇ ਆ ਤੇ ਘਰ ਦੀ ਕੱਢ ਕੇ ਇਸੇ 110 ਕਰੋੜ ਦੀ ਪੀ ਲੈਂਦੇ ਆ। ਜੇ ਤੁਸੀਂ ਅੱਜ ਢਈਆ ਕਰ ਲਓ ਵੀ ਅਸੀਂ ਸ਼ਰਾਬ ਨਹੀਂ ਪੀਣੀ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਹਰ ਤੀਜੇ ਘਰ ਦੇ ਅੱਗੇ ਮੋਟਰ ਖੜੀ ਹੋਊਗੀ, ਕਾਰ ਖੜੀ ਹੋਊਗੀ। ਇਸ ਕਰਕੇ ਅਸੀਂ ਸ਼ਰਾਬ ਦੇ ਵਿੱਚ ਬੜੀ ਬਰਬਾਦੀ ਕਰ ਰਹੇ ਹਾਂ, ਬਰਬਾਦ ਹੋ ਰਹੇ ਹਾਂ। ਲੇਕਿਨ ਹੁਣ ਜਿਹੜਾ ਆਹ ਸਿੰਥੈਟਿਕ ਸ਼ਰਾਬ ਆ ਗਈ ਆ, ਜਿਹੜੀ ਰਸਾਇਣਕ ਖਾਦਾਂ ਪਾ ਕੇ, ਜਿਹੜੀਆਂ ਰਸਾਇਣਕ ਹੋਰ ਚੀਜ਼ਾਂ ਪਾ ਕੇ ਸ਼ਰਾਬ ਬਣ ਰਹੀ ਹੈ, ਜ਼ਹਿਰੀਲੀ ਸ਼ਰਾਬ ਬਣ ਰਹੀ ਆ, ਉਹ ਸਾਡਾ ਬੇੜਾ ਗਰਕ ਕਰ ਰਹੀ ਹੈ। ਅਜੇ ਘਰ ਦੀ ਕੱਢੀ ਸ਼ਰਾਬ ਜਿਹੜੀ ਭੱਠੀ ਤੇ ਕੱਢੀ ਹੁੰਦੀ ਸੀ ਉਹਨਾਂ ਵਿਗਾੜਦੀ ਨਹੀਂ। ਅਲਕੋਹਲ ਤੁਹਾਨੂੰ ਅੰਨ੍ਹਿਆ ਨਹੀਂ ਕਰਦੀ। ਜਿਹੜੀ ਮਿਥੋਲ ਤੇ ਤੁਹਾਡੀ ਇੰਥੋਲ ਆ ਇਹ ਤੁਹਾਨੂੰ ਅੰਨ੍ਹਿਆ ਕਰ ਦਿੰਦੇ, ਇਹ ਪਾਉਂਦੇ ਜਿਹੜੀਆਂ ਵਿੱਚ, ਉਹ ਕਿਤੇ ਜ਼ਿਆਦੀ ਮਾਤਰਾ 'ਚ ਪੈ ਗਈ। ਜ਼ਿਆਦੀ ਮਾਤਰਾ 'ਚ ਪੈਣ ਕਰਕੇ ਜਿਹੜਾ ਸੀ ਫਿਰ ਬੰਦੇ ਮਰਨੇ ਸ਼ੁਰੂ ਹੋ ਗਏ। ਬੰਦਿਆਂ ਜਾਣ ਕਿਤੇ ਕਿੰਨੀ ਕੱਜਕਲ ਹੈਗੀ ਆ, ਖਾਂਦੇ ਪੀਂਦੇ ਕੀ ਹੈਗੇ ਆ। ਇਸ ਕਰਕੇ ਸਰਕਾਰ ਵੀ ਜ਼ਿੰਮੇਵਾਰ ਆ, ਸਮਾਜ ਵੀ ਜ਼ਿੰਮੇਵਾਰ ਆ, ਪ੍ਰਸ਼ਾਸਨ ਜ਼ਿੰਮੇਵਾਰ ਆ, ਵਿਸ਼ੇਸ਼ ਕਰਕੇ ਸਾਡੇ ਧਾਰਮਿਕ ਆਗੂ ਜਿਹੜੇ ਉਹ ਬਹੁਤ ਜ਼ਿੰਮੇਵਾਰ ਆ, ਰਾਸ਼ਟਰੀ ਆਗੂ ਜ਼ਿੰਮੇਵਾਰ ਆ। ਪਰ ਇੱਥੇ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਇਹ ਸਵਾਲ ਚੁੱਕਿਆ ਜਾਣਾ ਜੀ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਤੇ 20 ਲੱਖ ਰੁਪਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ, ਇਹ ਗੱਲ ਕਿੰਨੀ ਕੁ ਵਾਜਿਬ ਹੈ? ਇਹ ਵੇਖੋ ਵਾਜਬ ਨਹੀਂ ਹੈਗੀ, ਲੇਕਿਨ ਇਹ ਕਿਸੇ ਵੱਡੇ ਲੀਡਰ ਦਾ ਆਪ ਦਾ ਬਿਆਨ ਨਹੀਂ ਗਾ। ਛੋਟੇ ਲੀਡਰਾਂ ਨੇ ਗੱਲ ਕੀਤੀ ਸੀ, ਲੇਕਿਨ ਉਹਨੇ ਮੁੜ ਕੇ ਵਾਪਸ ਆਈ ਪਈ ਇਹ ਗੱਲ ਗਲਤ ਆ। ਜੇ ਏਦਾਂ ਗੱਲ ਹੋਣ ਲੱਗ ਪਏ ਤੇ ਇੱਕ ਚੁਟਕਲਾ ਆਇਆ ਸੀ ਜੀ WhatsApp ਦੇ ਉੱਤੇ, ਉਹ ਕਹਿੰਦੀ ਜਦੋਂ ਤੂੰ ਸ਼ਰਾਬ ਪੀਂਦਾ ਹਾਂ ਉਦੋਂ ਤੈਨੂੰ ਰੋਕਦੇ ਹਾਂ, ਹੁਣ ਤੈਨੂੰ ਰੋਕਦੇ ਨਹੀਂ, ਪੀਂਦਾ ਨਹੀਂ ਤੂੰ। ਕਹਿੰਦੇ ਕਿਉਂ ਪੀਓ ਸ਼ਰਾਬ? ਕਹਿੰਦੀ ਜੇ ਹੁਣ ਤੇਰੀ ਡੈਥ ਹੋ ਜੀ, 4.5 ਦਿਨ ਸੌਖੇ ਲੰਘੇ, ਤੇਰੇ ਮੁੰਡੇ ਨੂੰ ਨੌਕਰੀ ਮਿਲ ਜੂਗੀ, 20 ਲੱਖ ਰੁਪਏ ਮਿਲ ਜੂ, ਅਸੀਂ ਕੁੜੀ ਚੰਗੀ ਤਰ੍ਹਾਂ ਵਿਆਹ ਲਾਂਗੇ। ਮਤਲਬ ਚੁਟਕਾ ਐਸੇ ਬਕਾਇਆ ਤੌਰ ਤੇ WhatsApp ਦੇ ਉੱਤੇ। ਤੁਹਾਨੂੰ ਸ਼ਾਇਦ ਪਤਾ ਹੋਏਗਾ
ਜਦੋਂ ਬਾਦਲਾਂ ਦੀ ਬੱਸ ਥੱਲੇ ਆ ਕੇ ਇੱਕ ਕੁੜੀ ਦੀ ਡੈਥ ਹੋਈ ਤੇ ਉਹਨੂੰ 23 ਲੱਖ ਰੁਪਏ ਮਿਲਿਆ ਸੀ। ਹਾਂਜੀ ਹਾਂਜੀ। ਇੱਕ ਬੰਦਾ ਉੱਥੇ ਫੋਨ ਕਰਦਾ WhatsApp ਤੇ, ਕਹਿੰਦਾ ਜੀ ਕਿੱਥੋਂ ਬਾਦਲਾਂ ਦੇ ਆਫਿਸ ਤੋਂ ਬੋਲ ਰਹੇ ਹੋ? ਕਹਿੰਦੇ ਹਾਂਜੀ। ਕਹਿੰਦਾ ਤੁਹਾਡੀ ਬੱਸ ਇਸ ਪਾਸੋਂ ਕਦੋਂ ਲੰਘਣੀ ਆ? ਕਹਿੰਦਾ ਕਿਉਂ? ਆਂਦਾ ਮੈਂ ਥੱਲੇ ਆ ਕੇ ਮਰਨਾ ਵਾ, ਮੇਰੇ ਤੇ ਕਰਜ਼ਾ ਬੜਾ ਵਾ। ਮਤਲਬ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਇਹੋ ਜਿਹੇ ਚੁਟਕਲੇ ਵੀ ਬਣ ਚੁੱਕਿਆ, ਲੇਕਿਨ ਉਹ ਕੀਤੀ ਗੱਲ ਜ਼ਰੂਰ ਸੀ, ਉਹ ਥੱਲੇ ਲੈਵਲ ਤੇ ਸੀ, ਲੇਕਿਨ ਉਹ ਇਹਨਾਂ ਨੇ ਵਾਪਸ ਲੈ ਲਈ, ਉਹ ਗੱਲ ਬਣਦੀ ਨਹੀਂ। ਮੈਂ ਤੇ ਵੀ ਗੱਲ ਕਹੂੰਗਾ, ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾ ਕੇ ਉੱਥੇ ਜਾ ਕੇ ਅਫਸੋਸ ਕਰਨ ਜਾਂਦੇ, ਅਫਸੋਸ ਕਰੋ, ਲੇਕਿਨ ਉੱਥੇ ਮੁਆਵਜ਼ੇ ਦੀ ਮੰਗ ਕਰੋ ਇਹਨਾਂ ਸ਼ਰਾਬੀਆਂ ਵਾਸਤੇ। ਮੈਂ ਉਹਦੇ ਹੱਕ 'ਚ ਨਹੀਂ। ਕਿਉਂ? ਉਹਨਾਂ ਨੇ ਆਪਣੀ ਮੌਤ ਆਪ ਸਹੇੜੀ ਆ, ਉਹਨਾਂ ਨੂੰ ਕਿਸੇ ਸਹੇੜਨ ਵਾਸਤੇ ਮਜਬੂਰ ਨਹੀਂ ਕੀਤਾ। ਇਸ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਪਰਿਵਾਰ ਨਾਲ ਬੱਚਾ ਹਮਦਰਦੀ ਕਰਨ, ਲੇਕਿਨ ਜਾ ਕੇ ਕਹਿਣ ਵੀ ਇਹਨੂੰ ਮੁਆਵਜ਼ਾ ਦਿੱਤਾ ਜਾਊਗਾ, ਅਸੀਂ ਇੰਨਾ ਮੁਆਵਜ਼ਾ ਦੇਂਗੇ, ਮੈਂ ਉਹਦੇ ਹੱਕ 'ਚ ਨਹੀਂ ਹੈਗਾ ਜੀ। ਜੀ ਇਹਦੇ ਇੱਕ ਕਾਨੂੰਨੀ ਪਹਿਲੂ ਦਾ ਵੀ ਹੁਣ ਗੱਲ ਕਰ ਲਈਏ ਐਡਵੋਕੇਟ ਮਨਕਨਦੀਪ ਸਿੰਘ ਨਾਲ। ਮਨਕਨਦੀਪ ਸਿੰਘ ਜੀ, ਤੁਸੀਂ ਇੱਥੇ ਦੱਸੋ, ਇਹ ਜਿਹੜੀ ਚੀਜ਼ ਹੋਈ ਹੈ, ਜੋ ਹਾਦਸਾ ਹੋਇਆ, ਇਸ ਤਰ੍ਹਾਂ ਦੇ ਹਾਦਸੇ ਕੋਈ ਪਹਿਲੀ ਵਾਰੀ ਨਹੀਂ ਹੋਇਆ, ਕਈ ਅੱਗੇ ਵੀ ਹੋਏ ਨੇ ਤੇ ਅੱਗੋਂ ਵੀ ਇਹ ਰੁਕਣਗੇ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ। ਤੇ ਇਸ ਤੇ ਕਿਉਂ ਨਾ ਕੋਈ ਇਸ ਤਰ੍ਹਾਂ ਕੀਤਾ ਜਾਏ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਇਹ ਨਹੀਂ ਕਿ ਜਿਹੜੀ ਸੱਤਾ ਵਿੱਚ ਬੈਠੀ ਸਿਰਫ ਉਹ, ਬਾਕੀ ਜਿਹੜੀਆਂ ਦੂਜੀਆਂ ਆਪੋਜੀਸ਼ਨ ਵੀ ਨੇ ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਵੀ ਕਿਉਂ ਨਾ ਕਾਨੂੰਨ ਕੇਸ ਕੀਤੇ ਜਾਣ, ਬਸ਼ਰਤੇ ਕਿ ਕਾਨੂੰਨ ਉਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਮੁਆਵਜ਼ੇ ਦੇਣ ਦੀਆਂ ਗੱਲਾਂ ਕਰਨ, ਕਿਉਂਕਿ ਮੁਆਵਜ਼ੇ ਦੇਣਾ ਤੇ ਇਹਨਾਂ ਨੇ ਖੇਡ ਬਣਾ ਕੇ ਰੱਖ ਦਿੱਤੀ ਹੈ। देखो जी, सब तो पहली चीज तो यह हैगी कि मौत किसी ਦੀ ਵੀ ਹੋਏ ਦੁਖਦ ਹੈ, ਭਾਵੇਂ ਕਿਸੇ ਵੀ ਵਜ੍ਹਾ ਨਾਲ ਹੋਈ, ਉਹਦਾ ਦੁੱਖ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਲੇਕਿਨ ਕਿਸੇ ਦੀ ਮੌਤ ਦਾ ਪੋਲੀਟੀਕਲ ਫਾਇਦਿਆਂ ਵਾਸਤੇ ਇਸ ਤਰ੍ਹਾਂ ਦੇ ਮੁੱਦੇ ਚੁੱਕ ਦੇਣਾ ਤੇ ਕਿਸੇ ਦੇ ਜਲਦੀ ਚਿਤਾ ਤੇ ਬੈਠ ਕੇ ਆਪਣੇ ਰਾਜਨੀਤਿਕ ਫਾਇਦਿਆਂ ਦਾ ਦੀਆ ਜਲਾਣਾ, ਮੈਂ ਕਿਸੇ ਵੀ ਹੱਦ ਤੱਕ ਠੀਕ ਨਹੀਂ ਸਮਝਦਾ ਆਮ ਆਦਮੀ ਪਾਰਟੀ ਦੇ। ਇਹ ਸਿਰਫ ਸ਼ਗੂਫੇ ਸਿਰਫ ਇਸ ਲਈ ਛੱਡੇ ਗਏ हैं ताकि क्योंकि ਅੱਗੇ ਆਉਣ ਵਾਲੇ ਦਿਨਾਂ 'ਚ ਅਗਲੇ 2 ਸਾਲਾਂ 3 ਸਾਲਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਤੇਜ਼ ਹੋ ਰਹੀ ਹੈ, ਪੰਜਾਬ ਦੇ ਚੁਣਾਵ ਆਣੇ ਹੈ। ਆਮ ਆਦਮੀ ਪਾਰਟੀ ਇਸ ਲਈ ਤਿਆਰੀਆਂ 'ਚ ਲੱਗੀ ਹੈ। ਲੇਕਿਨ ਕਿ ਅਗਰ ਤੁਸੀਂ ਅੱਜ ਕਿਸੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਨੂੰ ਮੁਆਵਜ਼ਾ ਦਿਓਗੇ, ਸ਼ਹੀਦ ਦਾ ਦਰਜਾ ਦਿਓਗੇ, ਤੇ ਕੀ ਤੁਸੀਂ ਇਹ ਸਮਝਦੇ ਹੋ ਕਿ ਉਹ ਓਪੋਜੀਸ਼ਨ ਵਿੱਚ ਬੈਠੇ ਜਾਂ ਕਿਧਰੇ ਵੀ ਬੈਠੇ ਪੋਲੀਟੀਕਲ ਪਾਰਟੀ ਕੱਲ ਨੂੰ ਉਹ ਵੀ ਸੱਤਾ ਜਾ ਸਕਦੀ ਹੈ? ਤੁਸੀਂ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਨੂੰ ਵਧਾਵਾ ਨਹੀਂ ਦੇ ਰਹੇ। ਇਹ ਹਰ ਹਾਲ ਵਿੱਚ ਅਲਟੀਮੇਟਲੀ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਨੂੰ ਵਧਾਵਾ ਦੇਣ ਦਾ ਤਰੀਕਾ ਹੈ। ਜੀ ਬਿਲਕੁਲ। ਪੋਲੀਟੀਕਲ ਪਾਰਟੀ ਭਾਵੇਂ ਓਪੋਜੀਸ਼ਨ ਵਿੱਚ ਬੈਠੀ ਹੋਏ, ਭਾਵੇਂ ਸਰਕਾਰ ਦੀ ਰੂਲਿੰਗ ਪਾਰਟੀ ਹੋਏ, ਦੋਨੋਂ ਪਾਰਟੀਆਂ ਦੀ ਸੋਸ਼ਲ ਜ਼ਿੰਮੇਵਾਰੀ ਸਭ ਤੋਂ ਵੱਧ ਕੇ ਹੁੰਦੀ ਹੈ, ਕਿਉਂਕਿ ਉਹ ਸਮਾਜ ਦੇ ਮੁਅੱਜ਼ਿਜ਼ ਲੋਕਾਂ ਦੇ ਵਿੱਚ ਆਉਂਦੇ ਨੇ, ਸਮਾਜ ਦੇ ਮੁਤਵਿਰ ਲੋਕਾਂ ਚ ਆਉਂਦੇ ਆ, ਤਾਂ ਹੀ ਉਹਨਾਂ ਨੂੰ ਨੇਤਾ ਕਿਹਾ ਜਾਂਦਾ, ਤਾਂ ਹੀ ਉਹਨਾਂ ਨੂੰ ਰਾਜਨੀਤੀ ਦੇ ਸਾਰੇ ਗੁਰ ਸਮਝਿਆ ਹੋਇਆ ਸ਼ਖਸ ਮੰਨਿਆ ਜਾਂਦਾ ਹੈ। ਰਾਜਨੀਤੀ ਇਹ ਨਹੀਂ ਕਹਿੰਦੀ ਕਿ ਤੁਸੀਂ ਵੋਟਾਂ ਕਿਵੇਂ ਬਟੋਰਨੀ ਹੈ। ਅਸਲ ਵਿੱਚ ਰਾਜਨੀਤੀ ਉਸ ਇੱਕ ਅਲਫਾਜ਼ ਦਾ ਮਤਲਬ ਹੈ ਕਿ ਤੁਸੀਂ ਐਸੀ ਰਣਨੀਤੀ ਬਣਾਓ ਕਿ ਜਿਹਦੇ ਨਾਲ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰੋ, ਨਾ ਕਿ ਤੁਸੀਂ ਲੋਕਾਂ ਦੇ ਵੋਟਾਂ ਤੇ ਰਾਜ ਕਰੋ। ਇਹ ਸਿਰਫ ਵੋਟ ਦੀ ਗੰਦੀ ਰਾਜਨੀਤੀ ਦਾ ਖੇਡ ਹੈ, ਹੋਰ ਕੁਝ ਨਹੀਂ। ਅੱਜ ਤੋਂ ਪਹਿਲੇ ਵੀ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹੇ ਹੈ, ਪਰ ਏਡੀ ਵੱਡੀ ਗਿਣਤੀ 'ਚ ਕਦੀ ਬਹੁਤ ਰੇਅਰਲੀ ਇਸ ਤਰ੍ਹਾਂ ਦਾ ਹਾਦਸਾ ਇੱਥੇ ਦੇਖਣ ਨੂੰ ਮਿਲਿਆ। ਦੂਸਰੀ ਚੀਜ਼, ਸ਼ਹੀਦ ਦਾ ਮਤਲਬ ਕੀ ਹੁੰਦਾ ਹੈ? ਸ਼ਹੀਦ ਦਾ ਦਰਜਾ ਉਸ ਨੂੰ ਦਿੱਤਾ ਜਾਂਦਾ ਹੈ ਜਿਹੜਾ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਜਾਂ ਕਿਸੇ ਦੀ ਰੱਖਿਆ ਵਾਸਤੇ ਕੁਝ ਕਰੇ। ਈਵਨ ਅਸੀਂ ਅਗਰ ਦੇਖੀਏ 26 ਜਨਵਰੀ ਦੀ ਪਰੇਡ ਦੇ ਵਿੱਚ ਅਗਰ ਕਿਸੇ ਨੂੰ ਬਰੇਵਰੀ ਅਵਾਰਡ ਵੀ ਸਰਕਾਰ ਦਿੰਦੀ ਹੈ ਤੇ ਉਸ ਨੂੰ ਦਿੰਦੀ ਹੈ ਜਿਹੜਾ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਕਿਸੇ ਦੂਸਰੇ ਦੀ ਜਾਨ ਬਚਾਉਣ ਵਾਸਤੇ ਜਾਂ ਬਚਾਏ ਜਾਂ ਕੋਸ਼ਿਸ਼ ਕਰੇ ਬਚਾਉਣ ਦੀ। ਇੱਕ ਫੌਜੀ ਨੂੰ ਲੜਦੇ ਆ ਅਗਰ ਅਸੀਂ ਉਹਦੇ ਅਕਾਲ ਚਲਾਣਾ ਹੋ ਜਾਏ ਤੇ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਦਿੰਨੇ ਆ। ਉਹ ਇਸ ਲਈ ਦਿੰਨੇ ਆ ਕਿ ਅਗਰ ਉਹਦਾ ਅਕਾਲ ਚਲਾਣਾ ਨਾ ਹੁੰਦਾ ਤੇ ਉਹ ਦੇਸ਼ ਦੇ ਦੁਸ਼ਮਣਾਂ ਨੂੰ ਮਾਰਦਾ, ਦੇਸ਼ ਦੀ ਰੱਖਿਆ ਕਰਦਾ, ਜਿਹਦੇ ਕਰਕੇ ਅਸੀਂ ਸੁਰੱਖਿਅਤ ਸੌਂਦੇ, ਇਸ ਲਈ ਉਹ ਸ਼ਹੀਦ ਹੁੰਦਾ ਹੈ। ਈਵਨ ਕੋਈ ਫੌਜੀ ਘਰ ਬੈਠਾ ਵੀ ਅਗਰ ਮਰ ਜਾਂਦਾ ਹੈ ਨਾ, ਦਿਲ ਦਾ ਦੌਰਾ ਪੈ ਕੇ, ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਹਵਲਦਾਰ ਹਰਜੀਤ ਸਿੰਘ ਜਿਹੜੇ ਵਾਗਾ ਬਾਰਡਰ ਤੇ ਅਪਾਇੰਟਡ ਸੀ, ਮੇਰੇ ਖਿਆਲ ਨਾਲ ਅੱਜ ਤੱਕ ਵਾਗਾ ਬਾਰਡਰ ਤੇ ਜਿੰਨੇ ਵੀ ਸ਼ਾਮ ਦੀ ਪਰੇਡ ਵੇਲੇ ਲੋਕ ਸਿਪਾਹੀ ਹਵਲਦਾਰ ਰਹਿੰਦੇ ਹੈ, ਉਹਨਾਂ 'ਚ ਸਭ ਤੋਂ ਉੱਚਾ ਬੋਲਣ ਵਾਲਾ ਗਲਾ ਉਸ ਹਵਲਦਾਰ ਹਰਜੀਤ ਸਿੰਘ ਦਾ ਸੀ। ਉਹ ਆਪਣੇ ਪਿੰਡ ਜਾਂਦੇ ਆ ਛੁੱਟੀ ਤੇ, ਬੱਸ ਖਾਈ 'ਚ ਡਿੱਗ ਪਈ, ਖਾਡੀ 'ਚ ਡਿੱਗਣ ਨਾਲ ਉਹਨਾਂ ਦੀ ਅਕਾਲ ਚਲਾਣਾ ਹੋ ਗਿਆ, ਉਹਨਾਂ ਦਾ ਸ਼ਹੀਦ ਦਾ ਦਰਜਾ ਉਹਨਾਂ ਨੂੰ ਵੀ ਨਹੀਂ ਦਿੱਤਾ ਗਿਆ। ਹਾਲਾਂਕਿ ਉਹ ਰੋਜ਼ ਪਾਕਿਸਤਾਨ ਦੀ ਫੌਜ ਦੇ ਸਾਹਮਣੇ ਖਲੋ ਕੇ ਆਪਣੇ ਦੇਸ਼ ਵਾਸਤੇ ਹਾਕ ਲਗਾਉਂਦਾ ਸੀ।
ਅਗਰ ਤੁਸੀਂ ਇਸ ਤਰ੍ਹਾਂ ਸ਼ਰਾਬ ਪੀਣ ਵਾਲੇ ਲੋਕਾਂ ਨੂੰ, ਤੁਸੀਂ ਜ਼ਹਿਰੀਲੀ ਸ਼ਰਾਬ ਕਰਕੇ ਅਕਾਲ ਚਲਾਣਾ ਕਰਨ ਵਾਲੇ ਲੋਕਾਂ ਨੂੰ ਤੁਸੀਂ ਸ਼ਹੀਦ ਦਾ ਦਰਜਾ ਦੇਣ ਲੱਗੋਗੇ। ਅਸੀਂ ਸਾਡੇ ਵੱਡੇ ਬਜ਼ੁਰਗਾਂ ਨੂੰ, ਸਾਡੇ ਸ਼ਹੀਦ ਵੀਰਾਂ ਨੂੰ, ਗੁਰੂਆਂ ਪੀਰਾਂ ਨੂੰ ਕਿਉਂ ਸ਼ਹੀਦ ਦਾ ਦਰਜਾ ਦਿੱਤਾ ਗਿਆ? ਕਿਉਂਕਿ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਸੀਗੇ ਧਰਮ ਦੀ ਰੱਖਿਆ ਵਾਸਤੇ, ਇਨਸਾਨੀਅਤ ਦੀ ਰੱਖਿਆ ਵਾਸਤੇ। 1 ਮਿੰਟ ਵਾਸਤੇ ਮੰਨ ਲਓ ਕਿ ਇਹਨਾਂ ਚੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਿਸੇ ਦੀ ਵੀ ਮੌਤ ਨਾ ਹੁੰਦੀ, ਕੀ ਉਹ ਸ਼ਰਾਬ ਪੀਣਾ ਜੋ ਇਹਨਾਂ ਦੀ ਮੌਤ ਦਾ ਕਾਰਨ ਬਣਿਆ, ਕੀ ਉਹ ਸ਼ਰਾਬ ਪੀਣਾ ਸਮਾਜ ਵਾਸਤੇ ਕੀਤਾ ਗਿਆ, ਕਿਸੇ ਦੀ ਰੱਖਿਆ ਵਾਸਤੇ ਕੀਤਾ ਗਿਆ, ਜਾਂ ਉਹਦੇ ਨਾਲ ਦੇਸ਼ ਨੂੰ ਕੀ ਫਾਇਦਾ ਸੀ? ਬਿਲਕੁਲ। ਇੱਥੇ ਜਿਸ ਤਰ੍ਹਾਂ ਹਾਲਾਂਕਿ ਦੇਸ਼ ਦਾ ਹੋ ਸਕਦਾ ਪੰਜਾਬ ਰਾਜ ਦਾ ਰੈਵਨਿਊ ਜ਼ਰੂਰ ਵਧਿਆ ਹੋਏ ਉਹਦੇ ਨਾਲ, ਪਰ ਉਸ ਰੈਵਨਿਊ, ਜ਼ਹਿਰੀਲੀ ਸ਼ਰਾਬ ਜਿਹੜੇ ਲੋਕ ਪੀਂਦੇ ਆ ਉਹ ਰੈਵਨਿਊ ਦੇ ਸਰਕਾਰ ਦਾ ਨਹੀਂ ਵਧਾਉਂਦੇ। ਜ਼ਹਿਰੀਲੀ ਸ਼ਰਾਬ ਹਮੇਸ਼ਾ ਉਹ ਸ਼ਰਾਬ ਹੁੰਦੀ ਹੈ ਜਿਹੜੀ ਘਰ 'ਚ ਖੇਤਾਂ 'ਚ ਕੱਢੀ ਜਾਂਦੀ ਹੈ, ਔਰ ਉਹਦੇ ਵਿੱਚ ਜਿਵੇਂ ਕਿ ਹੁਣੇ ਪੱਟੀ ਸਾਹਿਬ ਨੇ ਦੱਸਿਆ ਮਿਥੇਨ ਤੇ ਇਥੇਨ ਦਾ ਪ੍ਰਯੋਗ ਕੀਤਾ ਜਾਂਦਾ। ਜਿੱਥੇ ਮਾਤਰਾ ਵੱਧ ਜਾਂਦੀ ਹੈ ਜਾਂ ਅੰਦਾਜ਼ੇ ਤੋਂ ਜ਼ਿਆਦਾ ਪੈ ਜਾਂਦੀ ਹੈ ਉਹ ਜ਼ਹਿਰੀਲੀ ਹੋ ਜਾਂਦੀ ਹੈ, ਉਹਦੇ ਨਾਲ ਲੋਕਾਂ ਦੀ ਜਾਨ ਜਾਣ ਦਾ ਕਾਰਨ ਬਣਦਾ ਹੈ। ਮੇਰਾ ਸਿਰਫ ਇੰਨਾ ਕਹਿਣਾ ਹੈ, ਪਾਰਟੀ ਭਾਵੇਂ ਓਪੋਜੀਸ਼ਨ ਵਿੱਚ ਹੋਏ ਭਾਵੇਂ ਰਾਜ ਕਰ ਰਹੀ ਹੋਏ, ਦੋਨੋਂ ਪਾਰਟੀਆਂ ਦੀ ਜ਼ਿੰਮੇਵਾਰੀ ਬਰਾਬਰ ਬਣਦੀ ਹੈ ਇਹਦੇ ਵਾਸਤੇ, ਇਸ ਚੀਜ਼ ਨੂੰ ਰੋਕਣ ਵਾਸਤੇ। ਪੰਜਾਬ ਦਾ ਅਗਰ ਅਸੀਂ ਇਤਿਹਾਸ ਪੜ੍ਹੀਏ, ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ, ਸੁਨਹਿਰੀ ਧਰਤੀ ਪੰਜਾਬ ਕਹੀ ਜਾਂਦੀ ਸੀ ਕਿਉਂਕਿ ਇੱਥੇ ਸੋਨੇ ਵਰਗੇ ਰੰਗ ਦੀ ਫਸਲਾਂ ਉਗਦੀਆਂ ਸੀ। ਅੱਜ ਤੁਸੀਂ ਜਾ ਕੇ ਦੇਖੋ, ਪੰਜਾਬ ਦੇ ਆਪਣੇ ਜੰਮੇ ਬੱਚੇ ਖੇਤਾਂ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ ਹੈ, ਉਹਦੇ ਵਾਸਤੇ यूपी बिहार ਦੇ ਲੋਕ ਆ ਕੇ ਕਰ ਰਹੇ ਹੈ, ਔਰ ਆਪ ਪੰਜਾਬ ਦੇ ਆਪਣੇ ਜੰਮੇ ਬੱਚੇ ਇਹਨਾਂ ਕੰਮਾਂ 'ਚ ਲੱਗੇ ਹੈ, ਨਸ਼ਿਆਂ 'ਚ ਲੱਗੇ ਹੈ, ਜਿਹਦੇ ਵਾਸਤੇ ਸਰਕਾਰ 'ਚ ਬੈਠੀ ਪਾਰਟੀ ਦੀ ਵੀ ਤੇ ਸਰਕਾਰ ਤੋਂ ਓਪੋਜੀਸ਼ਨ ਪਾਰਟੀ ਦੀ ਵੀ, ਦੋਨਾਂ ਦੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਜਾਗਰੂਕਤਾ ਬਣਾਉਣ ਦੀ, ਨਾ ਕਿ ਇਹਨੂੰ ਮੁੱਦਾ ਬਣਾਉਣ ਦੀ। ਬਿਲਕੁਲ ਤੁਸੀਂ ਜਿਸ ਜ਼ਿੰਮੇਵਾਰੀ ਦੋਨੋਂ, ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਉਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਇੱਕ ਲਾਈਨ ਦੇ ਵਿੱਚ, ਕਿ ਜ਼ਿੰਮੇਵਾਰੀ ਔਰ ਨੈਤਿਕਤਾ ਦੋਨੋਂ ਪਾਰਟੀਆਂ ਦੀ ਬਰਾਬਰ ਬਣਦੀ ਹੈ। ਈਵਨ ਅੱਜ ਕੱਲ 3 ਪਾਰਟੀਆਂ ਹੈ ਤਾਂ ਤਿੰਨੋਂ ਪਾਰਟੀਆਂ ਦੀ ਬਰਾਬਰ ਬਣਦੀ ਹੈ। ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ, ਬੜੀ ਹਾਸੋਹੀਣੀ ਜੀ ਗੱਲ ਕਰ ਦਿੱਤੀ ਇਸ ਪਾਰਟੀ ਨੇ ਕਿ ਜੀ ਉਹਨਾਂ ਨੂੰ ਸ਼ਹੀਦਾ ਦਰਜਾ ਦਿੱਤਾ ਜਾਏ। ਉਹ ਗੱਲ ਹੋਈ ਜਾਂਦੀ ਹੈ ਜੀ ਕਿ ਨਾ ਤਾਂ ਤੁਸੀਂ ਕੋਈ ਬਾਰਡਰ ਤੇ ਜਾ ਕੇ ਕੋਈ ਕੌਮ ਦੇਸ਼ ਵਾਸਤੇ ਕੋਈ ਕੰਮ ਕੀਤਾ, ਨਾ ਤੁਸੀਂ ਕੌਮ ਵਾਸਤੇ ਕੀਤਾ, ਤੇ ਕਿਸ ਹਿਸਾਬ ਨਾਲ ਦਿੱਤਾ ਜਾਏ ਦਰਜਾ। ਤੇ ਤੁਸੀਂ ਜਿਵੇਂ ਸੋਸ਼ਲ ਦੀ ਗੱਲ ਕੀਤੀ, ਤੇ ਹੁਣ ਸਾਡੇ ਨਾਲ ਸੋਸ਼ਲ ਜ਼ਿੰਮੇਵਾਰੀਆਂ ਔਰ ਸੋਸ਼ਲ ਐਕਟੀਵਿਟੀ ਦੀ ਗੱਲ ਕਰਨ ਵਾਸਤੇ ਬਟਾਲਵੀ ਸਾਹਿਬ ਨੂੰ, ਬਟਾਲਵੀ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਜੋ ਪੰਜਾਬ ਦੇ, ਕਿਉਂਕਿ ਤੁਸੀਂ ਆਪ ਪੰਜਾਬ ਵਿੱਚ ਬੈਠੇ ਹੋ ਔਰ ਇਹਨਾਂ ਹਾਲਾਤਾਂ ਨੂੰ ਬੜੀ ਨਜ਼ਦੀਕੋਂ ਤੁਸੀਂ ਦੇਖਿਆ ਔਰ ਬੜਾ ਕੁਝ ਤੁਸੀਂ ਮਤਲਬ ਕੌਮ ਬਾਰੇ ਵੀ ਤੁਹਾਡੀ ਬੜਾ ਯੋਗਦਾਨ ਰਿਹਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਧੰਨਵਾਦ ਹੈ ਤੁਹਾਡਾ ਅੱਜ ਦੀ ਇਸ ਡਿਬੇਟ ਦੇ ਵਿੱਚ ਮੈਨੂੰ ਸ਼ਾਮਲ ਕੀਤਾ। ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ ਮੈਂ ਸ਼ਰਾਬ ਦੇ ਬਿਲਕੁਲ ਉੱਕਾ ਹੀ ਖਿਲਾਫ ਹਾਂ। ਉਹਦਾ ਕਾਰਨ ਹੈ ਵੀ ਇੱਕ ਅਖਾਣ ਹੈ ਪੰਜਾਬ ਦਾ ਚੱਲਦਾ ਕਿ ਪੰਜਾਬ ਵਸਦਾ ਗੁਰਾਂ, ਜਿਹੜਾ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੋਵੇ, ਉਸ ਪੰਜਾਬ ਦੇ ਵਿੱਚ ਸ਼ਬਦ ਦੇ ਦਰਿਆ ਚੱਲਦੇ ਹੋਣ, ਇਹਦੇ ਨਾਲੋਂ ਬਦਕਿਸਮਤੀ ਵਾਲੀ ਗੱਲ ਕੋਈ ਹੋ ਨਹੀਂ ਸਕਦੀ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਾਂ ਹੋਰ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿੱਚ ਥਾਂ ਥਾਂ ਤੇ ਸਾਨੂੰ ਵਾਸਤੇ ਵਰਜਿਆ। ਹੁਣ ਗੁਰਬਾਣੀ ਵਿੱਚ ਆਉਂਦਾ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿਚਾਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਹੁਣ ਸਾਨੂੰ ਸਾਫ਼ ਤੌਰ 'ਤੇ ਇਹ ਚੀਜ਼ਾਂ ਜਦੋਂ ਮਨਾ ਕੀਤੀਆਂ ਗਈਆਂ ਨੇ, ਤੇ ਫਿਰ ਅਸੀਂ ਇਹਨਾਂ ਦੇ ਨਾਲ ਫਿਰ ਬਾਰ-ਬਾਰ ਜੁੜਦੇ ਹਾਂ। ਔਰ ਇੱਥੋਂ ਤੱਕ ਕਹਿਤਾ ਨੇ, ਦੁਰਮਤ ਮਤ ਜੀਵ ਤੇ ਬਿਖਲੀ ਪਤਲੀ, ਮਤਲਬ ਇੱਕ ਤਰ੍ਹਾਂ ਦੀ ਇੱਕ ਮਾੜੀ ਤੋਂ ਮਾੜੀ ਜਿਹੜੀ ਗੱਲ ਅਸੀਂ ਕਹਿ ਸਕਦੇ ਹਾਂ, ਉਸ ਢੰਗ ਗੁਰੂ ਸਾਹਿਬਾਂ ਨੇ ਇਹ ਸਾਨੂੰ ਲਾਹਨਤ ਪਾਈ ਹੈ। ਪਰ ਗੁਰੂ ਨਾਨਕ ਸਾਹਿਬ ਨੇ ਤੇ ਇੱਕ ਇਦਮਤ ਬੀਤੇ ਵਿਕਾਰ। ਹੁਣ ਸੱਚਾਈ ਹੈ, ਇਹਦੇ ਨਾਲ ਵਿਕਾਰ ਪੈਦਾ ਹੁੰਦੇ ਨੇ, ਬਿਮਾਰੀਆਂ ਪੈਦਾ ਹੁੰਦੀਆਂ ਨੇ ਔਰ ਲੜਾਈਆਂ ਝਗੜਿਆਂ। ਇਹ ਇੱਕ ਅਸੀਂ ਤਜਰਬਾ ਕੀਤਾ ਕਿ ਸ਼ਰਾਬ ਦੇ ਨਾਲ ਘਰਾਂ 'ਚ ਲੜਾਈਆਂ ਹੁੰਦੀਆਂ ਨੇ। ਮੈਂ ਖੁਦ ਦੇਖਿਆ ਇਸ ਚੀਜ਼ ਨੂੰ ਕਿ ਪੰਜਾਬ ਵਿੱਚ ਬੱਚਿਆਂ ਨੂੰ ਨੰਗੇ ਪੈਰੀ ਤੁਰੇ ਫਿਰਦੇ ਨੇ, ਸਕਦੇ ਨਹੀਂ, ਕੱਪੜੇ ਪਾਟੇ ਹੁੰਦੇ ਨੇ, ਲੇਕਿਨ ਉਹਦਾ ਬਾਪ ਜਿਹੜਾ ਬੱਚਿਆਂ ਦਾ ਗਿਆ ਹੁੰਦਾ ਹੈ। ਸੋ ਇਹ ਸਾਡੇ ਬੜਾ ਵੱਡਾ ਦੁਖਾਂਤ ਹੈ। ਪਰ ਦੇਖੋ, ਜਿਹੜਾ ਗੱਲ ਹੈ, ਵਿਕਾਰਾਂ ਜਿਹੜੀਆਂ ਨੇ ਉਹ ਆਪਣੇ ਫਾਇਦੇ ਵਾਸਤੇ ਇਹ ਸਾਰਾ ਕੁਝ ਸੋਚਦੀਆਂ ਨੇ, ਉਹਨਾਂ ਨੂੰ ਆਮ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹ ਰਾਜਨੀਤਿਕ ਬੰਦੇ ਨੇ, ਉਹ ਸਰਕਾਰ ਵਿੱਚ ਹੋਣ ਜਾਂ ਬਾਹਰ ਹੋਣ, ਉਹ ਸਾਰਾ ਮੋਟਿਵ ਜਿਹੜਾ ਵਾ ਉਹ ਲਗਭਗ ਇੱਕੋ ਜਿਹਾ ਹੁੰਦਾ। ਤੇ
ਪਰ ਦੂਜੀ ਗੱਲ ਇੱਕ ਇਹ ਵੀ ਕਿ ਜੇ ਹਾਲਾਂਕਿ ਮੈਂ ਪੰਜਾਬ ਦੇ ਜਿੱਦਾਂ ਧਰਨਾ ਜ਼ਿਕਰ ਕੀਤਾ ਕਿ ਸ਼ਰਾਬ ਦੇ ਖਿਲਾਫ ਆ, ਬਾਵਜੂਦ ਤੇ ਪੰਜਾਬ ਸਰਕਾਰ ਨੇ ਲਗਭਗ ਘਰ ਘਰ ਠੇਕੇ ਸ਼ਰਾਬ ਦੇ ਖੋਲ੍ਹੇ। ਆ ਭੱਟੀ ਸਾਹਿਬ ਤੋਂ ਜਾਣਦੇ ਨੇ ਇਸ ਲੱਗ ਭੱਟੀ ਸਾਹਿਬ, ਇਹਨਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਕੀ ਹਾਲਤ ਹੈ ਸ਼ਰਾਬ ਦੇ ਠੇਕਿਆਂ ਦੀ। ਹਾਂ, ਕੋਈ ਪਿੰਡ ਐਸਾ ਬਚਿਆ ਨਹੀਂ ਇੱਥੇ ਸ਼ਰਾਬ ਦਾ ਠੇਕਾ, ਬਲਕਿ ਪਿੰਡਾਂ ਵਿੱਚ ਚਾਰੇ ਪਾਸੇ ਵੀ ਸ਼ਰਾਬ ਦੇ ਠੇਕੇ ਬਣੇ ਹੋਏ ਆ। ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਉਹ ਸ਼ਰਾਬ ਜਿਹੜੀ ਬੰਦੀ, ਜੇ ਮੈਂ ਗਲਤ ਨਾ ਹੋਵਾਂ ਤੇ ਮੈਨੂੰ ਨਹੀਂ ਲੱਗਦਾ ਕਿਤੇ ਜਿਹੜੀ ਸਰਕਾਰ ਤੋਂ ਲੈ ਕੇ ਕਿਸੇ ਨੇ ਸ਼ਰਾਬ ਪੀਤੀ ਹੋਵੇ ਤੇ ਉਹ ਮਰਿਆ ਹੋਏਗਾ। ਤੇ ਇਹ ਹੁਣ ਜਿਨ੍ਹਾਂ ਲੋਕਾਂ ਨੇ ਕੱਚੀ ਸ਼ਰਾਬ ਜਾਂ ਗਲਤ ਸਿੰਥੈਟਿਕ ਸ਼ਰਾਬ ਕੇ ਮਰੇ ਨੇ, ਉਹਨਾਂ ਨੂੰ ਕੋਈ ਬੇਵਕੂਫ ਬੰਦਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ, 20 ਲੱਖ ਰੁਪਏ ਦਿੱਤਾ ਜਾਵੇ। ਪਰ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੀ ਬੜੀ ਤਕਲੀਫ ਹੋਈ ਹੈ। ਕੈਪਟਨ ਸਰਕਾਰ ਨੇ 1 ਲੱਖ ਰੁਪਈਆ ਉਹਨਾਂ ਨੂੰ ਦੇਣ ਦਾ ਐਲਾਨ ਕੀਤਾ, ਇੱਕ ਪਰਿਵਾਰ ਦੀ ਨੂੰ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਵਾ। ਇਹ ਸਾਡੇ ਵਾਸਤੇ ਪਤਾ ਹੈ। ਹੁਣ ਦੇਖੋ, ਲੋਕ ਸਸਤੀ ਦੇ ਚੱਕਰ 'ਚ ਨਕਲੀ ਮਰ ਜਾਣ, ਉਹਦੇ ਵਾਸਤੇ ਆਮ ਟੈਕਸ ਦੇਣ ਵਾਲਾ ਬੰਦਾ ਬਾਹਰ ਕਿਉਂ ਹੋਵੇ? ਕਿ ਅਸੀਂ ਲੋਕ ਟੈਕਸ ਦਿੰਦੇ ਹਾਂ, ਸਾਡੀ ਮਿਹਨਤ ਦੀ ਕਮਾਈ ਆ, ਅਸੀਂ ਉਹ 'ਚ ਟੈਕਸ ਦਿੰਦੇ ਹਾਂ। ਅਸੀਂ ਟੈਕਸ ਇਸ ਕਰਕੇ ਨਹੀਂ ਦੇ ਕਿ ਲੋਕ ਗਲਤ ਸ਼ਰਾਬਾਂ ਪੀਣ ਜਾਂ ਗਲਤ ਤਰੀਕੇ ਮਰ ਜਾਣ। ਹੁਣ ਪਿੱਛੇ ਜੇ ਹਾਦਸਾ ਹੋਇਆ ਸੀ ਜਿਹੜਾ ਰੇਲਵੇ ਦੇ ਉੱਤੇ ਬਹੁਤ ਸਾਰੇ ਲੋਕ ਦਿਲ ਵੇਖਦੇ ਮਾਰੇ ਗਏ। ਹੁਣ ਕਸੂਰਵਾਰ ਤੋਂ ਉਹ ਸਨ ਜਿਨ੍ਹਾਂ ਨੇ ਉੱਥੇ ਦੁਸਹਿਰਾ ਲਾ, ਕਸੂਰਵਾਰ ਉਹ ਸਨ ਜਿਹੜੇ ਉੱਥੇ ਲਾਈਨਾਂ ਦੇ ਉੱਤੇ ਦੁਸਹਿਰਾ ਦੇਖਣਗੇ। ਸੋ ਇਸ ਕਰਕੇ ਇਹ ਚੀਜ਼ਾਂ ਨੇ, ਜਦ ਤੱਕ ਮੁਆਵਜ਼ਾ ਦੇਣ ਜਾਏ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਵੇ ਵੀ ਜਿਹੜੇ ਜਿਹੜੇ ਬੰਦੇ ਨੇ ਇਹ ਕੀਤਾ ਆ ਉਹ ਜ਼ਿੰਮੇਵਾਰ, ਉਹਨਾਂ ਉੱਤੇ ਕਾਰਵਾਈ ਹੋਵੇ। ਇਹਦੇ ਚਾਹੇ ਪੀਣ ਵਾਲਾ ਹੋਵੇ, ਚਾਹੇ ਵੇਚਣ ਵਾਲਾ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਨੁਕਸਾਨ ਦੇ ਵਿੱਚ ਭਾਈਵਾਲ ਬੰਦਾ, ਉਹਦੇ ਤੇ ਕਾਰਵਾਈ ਜਾਂ ਰੁਕ ਸਕਣ, ਜੋ ਮੈਨੂੰ ਲੱਗਦਾ ਹੈ। ਸੋ ਇਹ ਸਰਕਾਰ ਜੋ ਖਰਚਾ ਦੇਣਾ ਇਹ ਕਸੂਰਵਾਰਾਂ ਤੋਂ ਇਹ ਲੈਣਾ ਬਾਵਾ, ਨਾ ਕਿ ਆਮ ਬੰਦੇ ਦੀ ਜੇਬ ਨੂੰ ਕੱਟਿਆ ਜਾਵੇ। ਇਹ ਕੋਈ ਚੰਗਾ ਰੁਝਾਨ ਨਹੀਂ। ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਾਰ ਚੰਗੇ ਫੈਸਲੇ ਕਰ ਰਹੀ ਹੈ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਜੋ ਕਰ ਰਹੇ ਹਾਂ ਇਹ ਆਮ ਲੋਕਾਂ ਦੀ ਜੇਬ, ਕਿਉਂਕਿ ਤੁਸੀਂ ਦੇਖੋ ਕਿ ਜਿੰਨੇ ਵੀ ਸਾਡੇ ਸਿਆਸਤਦਾਨ ਹਨ ਪੰਜਾਬ ਦੇ, ਉਹ ਲਗਭਗ ਸਾਰੇ ਅਮੀਰ ਬੰਦੇ ਨੇ। ਜੇ ਉਹਨਾਂ ਨੂੰ ਇੰਨਾ ਹੀ ਇਹਨਾਂ ਦੇ ਨਾਲ ਹੇਜ ਹੈ, ਜੇ ਇੰਨਾ ਹੀ ਉਹ ਸਮਝਦੇ ਨੇ ਕਿ ਆਪਾਂ ਨੂੰ ਇਹਨਾਂ ਲੋਕਾਂ ਨੂੰ ਚਾਹੀਦਾ ਤੇ ਆਪਣੀ ਜੇਬ ਚਾਹੁੰਦੇ ਨੇ, ਸਾਨੂੰ ਕੀ ਇਤਰਾਜ਼ ਹੋ ਸਕਦਾ? ਕੋਈ ਇਤਰਾਜ਼ ਨਹੀਂ। ਹੁਣ ਨੇ ਲੰਗਰ ਵੀ ਲਾਇਆ, ਬਹੁਤ ਕੁਝ ਕੀਤਾ। ਸੋ ਇਸ ਕਰਕੇ ਇਹ ਜਿਹੜਾ ਹੈ ਇਹ ਚੰਗੀ ਇੱਕ ਨਹੀਂ ਪਾਈ ਜਾ ਰਹੀ। ਮੈਂ ਇਹਦੇ ਬਹੁਤ ਖਿਲਾਫ ਹਾਂ। ਜੀ ਬਿਲਕੁਲ ਬਟਾਲੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ, ਔਰ ਜਿਸ ਤਰ੍ਹਾਂ ਪੱਟੀ ਸਾਹਿਬ ਜਿਵੇਂ ਹੁਣੇ ਐਡਵੋਕੇਟ ਬੰਮੀ ਗੱਲ ਕਰ ਰਹੇ ਸਨ, ਰੈਵਨਿਊ ਦੀ ਗੱਲ ਆਈ ਸੀਗੀ, ਔਰ ਬਟਾਲਵੀ ਸਾਹਿਬ ਨੇ ਵੀ ਉਹੀ ਜ਼ਿਕਰ ਕੀਤਾ ਕਿ ਜਿਹੜੀ ਹੁਣ ਨਜਾਇਜ਼ ਸ਼ਰਾਬ ਬਣ ਰਹੀ ਸੀ, ਇਹਦੇ ਨਾਲ ਸਰਕਾਰ ਨੂੰ ਰੈਵਨਿਊ ਤੇ ਕੀ ਮਿਲਣਾ ਸੀ? ਉਲਟਾ ਜਿਹੜਾ ਰੈਵਨਿਊ ਦੀ ਚੋਰੀ ਹੋ ਰਹੀ ਸੀ, ਸਰਕਾਰ ਨੂੰ ਨੁਕਸਾਨ ਹੋ ਰਿਹਾ ਸੀਗਾ। ਤੇ ਜਿੱਥੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਸਰਕਾਰਾਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਮਰਨ ਵਾਲੇ, ਦੇਖੋ ਮਰਨ ਵਾਲੇ ਦੇ ਪਰਿਵਾਰਾਂ ਨਾਲ ਸਾਡਾ ਵੀ ਇੱਕ ਸਾਨੂਭੂਤੀ ਹੈਗੀ ਹੈ, ਜਿਨ੍ਹਾਂ ਦੇ ਘਰ ਦਾ ਗਿਆ ਜੀ ਗਿਆ, ਦੁੱਖ ਹੁੰਦਾ ਹੈ। ਪਰ ਜਿਹੜੀ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀਗੀ, ਉੱਥੇ ਸਰਕਾਰ ਦੀ ਟੈਕਸ ਦੀ ਚੋਰੀ ਵੀ ਹੋ ਰਹੀ ਹੈ। ਤੇ ਸਰਕਾਰਾਂ ਨੂੰ ਬਲਕਿ ਇਹਨਾਂ ਲੋਕਾਂ ਤੇ ਕੇਸ ਕਰਨਾ ਚਾਹੀਦਾ ਹੈ ਜਾਂ ਇਹਨਾਂ ਲੋਕਾਂ ਨੂੰ ਮੁਆਵਜ਼ੇ ਦੇਣੇ ਚਾਹੀਦੇ ਨੇ, ਕਿਉਂਕਿ ਰੈਵਨਿਊ ਦੀ ਚੋਰੀ ਤਾਂ ਹੋ ਹੀ ਰਹੀ ਹੈ ਨਾ ਇਹਦੇ 'ਚ। ਜਿੱਥੋਂ ਤੱਕ ਤੁਸੀਂ ਇਹਦੀ ਰੈਵਨਿਊ ਦੀ ਗੱਲ ਕੀਤੀ ਹੈ ਜੀ, 2017 ਦੇ ਵਿੱਚ ਪੰਜਾਬ ਸਰਕਾਰ ਨੂੰ 4,406 ਰੁਪਏ ਦਾ ਰੈਵਨਿਊ ਆਇਆ ਐਕਸਾਈਜ਼ ਤੋਂ, ਤੇ 2018 ਦੇ ਵਿੱਚ ਜਿਹੜਾ ਸੀ ਇਹਨੂੰ ਰੈਵਨਿਊ ਆਇਆ ਜੀ 5,135 ਰੁਪਏ, 5,135 ਕਰੋੜ। ਤੇ 2019 ਚ ਆਇਆ 5,072 ਕਰੋੜ, ਮਤਲਬ ਉਹਦਾ 63 ਕਰੋੜ ਰੁਪਇਆ ਘਟ ਗਿਆ, ਕਿਉਂਕਿ ਚੋਰੀ ਹੋ ਰਹੀ ਹੈ। ਸਰਕਾਰ ਦਾ ਟੀਚਾ 6,000 ਦਾ ਸੀ, ਲੇਕਿਨ ਉਹ ਘਟ ਕੇ 5,000 ਰਹਿ ਗਿਆ। ਚੋਰੀ ਹੋ ਰਹੀ 1,000 ਕਰੋੜ ਰੁਪਇਆ ਚੋਰੀ ਹੋਈ। ਅਸੀਂ ਅਕਾਲੀਆਂ ਨੂੰ ਮਾੜੇ ਕਹੀਏ ਚੰਗੇ ਕਹੀਏ, ਲੇਕਿਨ ਸ਼ਰਾਬ ਦੀ ਐਕਸਾਈਜ਼ ਡਿਊਟੀ ਉਹਨਾਂ ਦੇ 9 ਸਾਲਾਂ 'ਚ 170% ਵਧੀ ਸੀਗੀ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ, ਲਾਕਡਾਊਨ ਦੇ ਵਿੱਚ ਪੰਜਾਬ ਸਰਕਾਰ ਤਰਲੇ ਰਹਿੰਦੀ ਰਹੀ ਸੈਂਟਰ ਕੋਲੇ ਵੀ ਸਾਨੂੰ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਸਕੀਏ। ਸਰਕਾਰ ਨਹੀਂ ਮੰਨੀ, ਲੇਕਿਨ ਲੋਕਾਂ ਦੇ ਘਰਾਂ ਤੱਕ ਸ਼ਰਾਬ ਰੈਗੂਲਰ ਪਹੁੰਚਦੀ ਰਹੀ। ਗਲੀਆਂ ਦੇ ਟੈਂਪੂ ਫਿਰਦੇ, ਜੇ ਸ਼ਰਾਬ ਲੈਣੀ ਤੇ ਲੈ ਲਓ, ਬੋਤਲ ਲੈ ਲਓ, ਪੇਟੀ ਲੈ ਜੋ ਮਰਜ਼ੀ ਲੈ ਲਓ। ਤੁਸੀਂ ਕਿਵੇਂ ਗਈ ਹੋ, ਕਿੱਥੋਂ ਆਈ ਹੋ? ਸਾਰੀ 2 ਨੰਬਰ ਦੀ ਸ਼ਰਾਬ ਸੀ। ਜਦੋਂ ਲਾਕਡਾਊਨ ਦੇ ਠੇਕੇ ਖੁੱਲੇ,
ਤੁਸੀਂ ਆਪਣੀ ਮਾਂ ਦੀ ਦਵਾਈ ਲੈਣ ਕਿੱਥੇ ਗਿਆ? ਦਵਾਈ ਲੈਣ ਗਿਆ, ਚੱਲ ਵੀ ਤੈਨੂੰ ਫਰਕ ਲੰਮੇ ਪਾ ਲਓ। ਜੇ ਕੋਈ ਆ ਮੈਂ ਠੇਕੇ ਤੇ ਸ਼ਰਾਬ ਲੈ ਕੇ ਜਾਓ, ਕੋਈ ਨਹੀਂ, ਤੁਸੀਂ ਜਾਓ, ਤੁਸੀਂ ਠੀਕ ਕੰਮ ਕਰਕੇ ਆਓ। ਇਹ ਤੇ ਹਾਲਾਤ ਸਾਡੇ ਹੈਗੇ ਆ ਤੇ ਰੈਵਨਿਊ ਦੀ ਘਟਨਾ ਹੀ ਘਟਨਾ। ਅੱਜ ਦੀ ਡੇਟ ਦੇ ਵਿੱਚ ਵੀ ਕੋਈ 35 ਕਰੋੜ ਬੋਤਲਾਂ ਸ਼ਰਾਬ ਵੇਚਦੀ ਹੈ ਪੰਜਾਬ ਸਰਕਾਰ, ਲੇਕਿਨ ਖਾਲੀ ਬੋਤਲਾਂ ਦੀ ਗਿਣਤੀ 50 ਕਰੋੜ ਹੈਗੀ। ਇਹ ਸਾਰੇ ਘਾਟੇ ਕੱਢੇ ਵੱਖ-ਵੱਖ ਏਜੰਸੀਆਂ ਨੇ। ਇਸ ਕਰਕੇ ਰੈਵਨਿਊ ਤੇ ਬੜਾ ਤਕੜਾ ਫਰਕ ਪੈਂਦਾ ਵਾ ਤੇ ਸਰਕਾਰਾਂ ਨੂੰ ਖਿਆਲ ਕਰਨਾ ਚਾਹੀਦਾ। ਕੈਪਟਨ ਸਾਹਿਬ ਕੋਲੇ ਟਾਈਮ ਨਹੀਂ ਹੈਗਾ, ਬਾਹਰ ਨਿਕਲਦੇ ਨਹੀਂ ਹੈਗੇ, ਅਫਸਰਾਂ ਦੇ ਵਿੱਚ ਖਿੱਚੋ ਤਾਣਾ, ਉਹ ਇੱਕ ਕਹਿੰਦਾ ਇਹਨੂੰ ਫਸਾ ਦਿਓ, ਕਹਿੰਦਾ ਇਹਨੂੰ ਫਸਾ ਦਿਓ, ਫਸਦਾ ਕੋਈ ਸਾਰੇ ਖਾਈ ਪੀ ਜਾਣ ਦੇ ਰੱਜ ਕੇ। ਉਹ ਚੈਪਟਰ ਆਪਾਂ ਕਿਤੇ ਫੇਰ ਲਵਾਂਗੇ ਵੀ ਇਹਨਾਂ ਨੇ ਪੈਸੇ ਕਿੱਥੋਂ ਕਮਾਏ ਤੇ ਕਿਵੇਂ ਕਮਾਏ ਤੇ ਕਿੱਥੇ ਕੀਤਾ। ਅੱਜ ਆਪਣੀ ਰੈਵਨਿਊ ਦੀ ਗੱਲ ਹੋਣ ਡਈ ਹੈ। ਜੇ ਆਪਾਂ ਗੱਲ ਕਰੀਏ ਬੰਦਿਆਂ ਦੀ, 2009 ਤੋਂ ਲੈ ਕੇ 2015 ਦੇ ਵਿੱਚ 473 ਬੰਦੇ ਪੰਜਾਬ ਦੇ ਵਿੱਚ ਸ਼ਰਾਬ ਪੀ ਕੇ ਮਰੇ ਨੇ। ਤੇ ਹੁਣ ਇਕੱਠੇ ਵੇਖ ਲਓ 130 ਬੰਦੇ ਮਰ ਗਏ ਹੁਣ ਤੱਕ ਰਿਪੋਰਟ ਜਿਹੜੀ ਹੈਗੀ ਆ। ਜੇ ਇੰਡੀਆ ਦੀ ਗੱਲ ਕਰ ਲਓ, 2009 ਦੇ ਵਿੱਚ 1450 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ, 2010 ਦੇ ਵਿੱਚ 1202 ਮਰੇ ਤੇ 2011 ਦੇ ਵਿੱਚ 1435 ਮਰੇ। ਤੇ ਪੰਜਾਬ ਦੇ ਵਿੱਚ 2014 ਦੇ ਵਿੱਚ 118 ਬੰਦਿਆਂ ਦੀ ਮੌਤ ਹੋਈ ਜ਼ਹਿਰੀਲੀ ਸ਼ਰਾਬ ਪੀਣ ਦੀ। ਉਹ ਕਿੱਥੋਂ ਆਉਂਦੀ ਆ? ਉਹ ਇਹਨਾਂ ਦੇ ਪੋਲੀਟੀਕਲ ਲੀਡਰ ਆ। ਅੱਜ ਕੈਪਟਨ ਸਾਹਿਬ ਨੇ ਕਹਿਤਾ ਵੀ ਧਾਰਾ 302 ਲਾ ਦਿਓ। ਮੇਰੇ ਨੂੰ ਬਿਹਤਰ ਜਿਹੜੇ ਉਹ ਮੰਮੀ ਸਾਹਿਬ ਦੱਸ ਦੇਣਗੇ, ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ, ਲੇਕਿਨ ਮੈਂ ਇਹ ਜਾਣਦਾ ਵਾਂ ਜਿੰਨਾ ਚਿਰ ਤੱਕ ਵਿਧਾਨ ਸਭਾ 'ਚ ਮਤਾ ਪਾਸ ਕੇ ਉਹਦਾ ਆਰਡੀਨੈਂਸ ਜਾਂ ਕਾਨੂੰਨ ਨਹੀਂ ਬਣਾਇਆ ਜਾਂਦਾ, ਉਹਨਾਂ ਚਿਰ ਉਹ ਧਾਰਾ ਉਹਦੇ ਨਾਲ 304 ਦੇ ਨਾਲ ਨਹੀਂ ਲੱਗ ਸਕਦੀ। 304 ਦੀ ਸਜ਼ਾ ਹੋਰ ਆ, 302 ਦੀ ਸਜ਼ਾ ਹੋਰ ਆ। ਤੁਸੀਂ ਵੀ ਐਡਵੋਕੇਟ ਦੇ ਸਕਦੇ ਹੋ। ਕੈਪਟਨ ਸਾਹਿਬ ਨੇ ਅੱਖਾਂ ਪੁੰਝਣ ਦੀ ਖਾਤਰ ਕਹਿਤਾ 302 ਲਾ ਦਿਓ। ਜਦੋਂ ਚਲਾਨ ਪੇਸ਼ ਹੋਇਆ ਕੋਰਟ ਨੇ ਲਾ ਕੇ ਉਹ ਮਾਰਨੀ ਪਈ ਜੀ, ਲੋੜ ਨਹੀਂ ਹੈਗੀ ਜੀ 304 'ਚ ਗੱਲ ਖੜੀ ਕਰਨੀ ਤੁਸੀਂ। ਦੂਜੇ ਪਾਸੇ ਉਹਨਾਂ ਕਹਿਤਾ ਜੀ ਅਸੀਂ 5 ਲੱਖ ਮੁਆਵਜ਼ਾ ਦੇਵਾਂਗੇ। ਠੀਕ ਹੈ, ਦਿਓ ਮੁਆਵਜ਼ਾ, ਅਸੀਂ ਤੁਹਾਡੇ ਖਿਲਾਫ ਨਹੀਂ ਇਸ ਗੱਲ ਦੇ, ਕਿਉਂਕਿ ਜਿਹੜੇ ਬੰਦੇ ਮਰ ਗਏ ਉਹਨਾਂ ਦੇ ਛੋਟੇ ਛੋਟੇ ਬੱਚੇ। ਇੱਕ ਬੰਦਾ ਜੀ ਮਰ ਗਿਆ, ਉਹਦੀ ਵਾਈਫ ਹੈਂਡੀਕੈਪਟ ਆ, ਛੋਟੇ ਛੋਟੇ ਬੱਚੇ ਨੇ ਕਿਵੇਂ ਪਾਲੂਗੀ? 5 ਲੱਖ ਰੁਪਈਆ ਸਿਰਫ ਉਹਦੀ ਇੱਕ ਮੈਂ ਕਿਹਾ ਦਰਗੁਜ਼ਰੀ ਹੋਏਗੀ ਮਾੜੀ ਮੋਟੀ, ਵੀ ਬੱਚੇ ਥੋੜੇ ਜਵਾਨ ਹੋ ਜਾਣੇ, ਇਹਦੇ ਬਾਅਦ ਕੁਛ ਨਹੀਂ ਉਹਦਾ ਹੋਣਾ, ਕੁਛ ਨਹੀਂ ਬਣਨਾ ਉਹਦਾ। ਲੇਕਿਨ ਅਸੀਂ ਇਹ ਬਿਲਕੁਲ ਜੇ ਵਿਰੋਧ ਕਰੀਏ ਪੈਸੇ ਨਾ ਦਿਓ, ਉਹ ਵੀ ਗੱਲ ਮਾੜੀ ਆ, ਲੇਕਿਨ ਉਹਨਾਂ ਦਾ ਬੱਚਿਆਂ ਦਾ ਕੋਈ ਕਸੂਰ ਨਹੀਂ। ਸ਼ਰਾਬ ਪੀਲਾ ਮਰ ਗਿਆ, ਬੱਚਿਆਂ ਦਾ ਕੋਈ ਕਸੂਰ ਨਹੀਂ। ਉਹਨਾਂ ਦੀ ਹਿਫਾਜ਼ਤ ਸਰਕਾਰ ਨੂੰ ਕਰਨੀ ਚਾਹੀਦੀ ਆ, ਲੇਕਿਨ ਰਹਿਵੇ ਨੂੰ ਬਚਾਉਣ ਵਾਸਤੇ ਵੀ ਧਿਆਨ ਦੇਣਾ ਚਾਹੀਦਾ। ਸਾਡੇ ਜਿਹੜੇ ਆਪ ਵਿੱਤ ਮੰਤਰੀ ਸਾਹਿਬ ਆ, ਉਹ ਕਹਿੰਦੇ ਵੀ ਜਿਹੜੀ 2 ਨੰਬਰ ਦੀ ਸ਼ਰਾਬ ਵੇਚਦੀ ਉਹਦੇ ਕਰਕੇ ਸਾਨੂੰ ਪਿਛਲੇ ਸਮੇਂ 'ਚ 5600 ਕਰੋੜ ਦਾ ਰੈਵਨਿਊ ਤੋਂ ਘਾਟਾ ਪਿਆ। ਤੇ ਭਾਈ ਫਿਰ ਕਾਰਵਾਈ ਕਰੋ, ਉਹ ਤੁਹਾਡੇ ਬੰਦੇ ਨੇ। ਕੈਪਟਨ ਸਾਹਿਬ ਨੇ ਕਿਹਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਅਸੀਂ ਕੈਪਟਨ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿੰਦੇ ਆ, ਕੈਪਟਨ ਸਾਹਿਬ ਤੁਹਾਡੇ ਕੋਲ 89 MLA ਆ, ਜੇ 2-4 ਇਹੋ ਜਿਹੇ ਹੈਗੇ ਤੇ ਛਾਂਗ ਦਿਓ, ਤਾਂ ਮਾਰ ਕੇ ਟੰਗ ਦਿਓ, ਦੁਬਾਰਾ ਕੋਈ ਕੰਮ ਨਾ ਕਰੇ ਇਹੋ ਜਿਹਾ। ਤੁਹਾਡੇ MLA ਦੋਸ਼ ਲੱਗਦੇ ਆ, ਪੜਤਾਲ ਕਰੋ, ਜੇ ਦੋਸ਼ੀ ਤੇ ਟੰਗ ਦਿਓ, ਇੱਕ ਮਿਨਿਸਟਰ ਵੀ ਟੰਗ ਦਿਓ। ਜੇ ਤੁਸੀਂ ਕੋ ਸਰਕਾਰ ਟੁੱਟ ਜੇ, ਲੋਕੀ ਵੋਟਾਂ ਪਾ ਕੇ ਤੁਹਾਡੀ ਦੁਬਾਰਾ ਸਰਕਾਰ ਬਣਾ ਦੇਣਗੇ, ਲੋਕ ਖੁਸ਼ ਹੋ ਗਏ ਵੀ ਕੈਪਟਨ ਸਾਹਿਬ ਨੇ ਕੋਈ ਕੰਮ ਕੀਤਾ। ਲੇਕਿਨ ਇਹ ਸਿਆਸੀ ਆਗੂਆਂ ਦੀ ਸ਼ਹਿ ਤੇ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਇਹ ਨਜਾਇਜ਼ ਸ਼ਰਾਬ, ਜ਼ਹਿਰੀਲੀ ਸ਼ਰਾਬ ਨਹੀਂ ਵਿਕ ਸਕਦੀ। ਤੁਹਾਨੂੰ ਜਿਹੜੀ ਮੈਂ ਗੱਲ ਕਰਦਾ ਢੋਟੀਆਂ ਦੀ, ਰਿਸ਼ਪਾਲ ਸਿੰਘ ਛਾਊ ਜਿਹੜਾ ਫੜਿਆ ਗਿਆ ਵਾ, ਉਹ 2001 ਦੇ ਵਿੱਚ ਸਿਰਫ ਇੱਕ ਡਰਾਈਵਰ ਹੁੰਦਾ ਸੀ। ਉਹਨੇ ਚੋਰੀ ਦਾ ਮਾਲ ਲੈ ਕੇ ਵੇਚਣਾ ਸ਼ੁਰੂ ਕਰਤਾ, ਥੋੜੇ ਜਿਹੇ ਪੈਸੇ ਆ ਗਏ, ਪੈਸੇ ਲੈ ਕੇ ਇੱਕ ਟਰੱਕ ਪਾ ਲਿਆ। ਟਰੱਕ ਪਾਉਣ ਤੋਂ ਬਾਅਦ ਉਹਨੇ 18 ਸਾਲਾਂ ਤੋਂ ਪਿਛਲੇ ਧੰਦਾ ਕਰਦਾ ਆ ਰਿਹਾ ਸ਼ਰਾਬ ਦਾ, ਅਲਕੋਹਲ ਦਾ। 26 ਮੁਕੱਦਮੇ ਦਰਜ ਨੇ 10 ਡਿਸਟ੍ਰਿਕਟਾਂ ਦੇ ਵਿੱਚ ਉਹਦੇ ਖਿਲਾਫ। ਤੇ ਅੱਜ ਉਹਦੀਆਂ 4 ਕੋਠੀਆਂ ਦੇ ਪਿੰਡ ਦੇ ਵਿੱਚ ਨੇ, 6 ਟਰੱਕ ਚੱਲਦੇ ਨੇ, 2 ਲਗਜ਼ਰੀ ਗੱਡੀਆਂ ਉਹਦੇ ਹੋਈਆਂ ਆਪਣੇ ਘੁੰਮਣ ਵਾਸਤੇ, ਮੋਟਰਸਾਈਕਲ ਤੇ ਪੈਸੇ ਥਾ। ਪਿੰਡ 'ਚ ਇੱਕ ਦਰਗਾਹ ਤੇ ਧੱਕੇ ਨਾਲ ਕਬਜ਼ਾ ਕੀਤਾ ਉਹਨੇ। ਛੋਟੇ ਭਰਾ ਨੂੰ 14 ਸਾਲ ਹੋ ਗਏ ਇਸ ਕੰਮ 'ਚ ਪਏ ਨੂੰ। ਉਹ ਫੜਿਆ ਗਿਆ ਗੁਰਪਾਲ ਜਿਹੜਾ, ਉਹ ਅਲਕੋਹਲ ਲੈ ਕੇ ਆਉਂਦਾ ਸੀ ਅੱਜ ਤੋਂ ਜੁਲਾਈ ਦੇ ਕਿਸੇ ਵੀ 16 ਤਰੀਕ ਨੂੰ ਕਿੰਨੀ ਤਰੀਕ ਨੂੰ ਉਹ ਫੜਿਆ ਗਿਆ। ਉਹ ਜੇਲ੍ਹ ਸੀਗਾ। ਉਹਨੂੰ ਪ੍ਰੋਡਕਸ਼ਨ ਇਵੈਂਟ ਤੇ ਆ ਕੇ ਸਭ ਕੁਝ ਪੁੱਛਿਆ ਗਿਆ, ਉਹਨੇ ਸਭ ਕੁਝ ਦੱਸਿਆ। ਕਈ MLA ਵਿੱਚ ਨਾਮ ਆਉਂਦੇ ਉਹਦੇ,
ਲੇਕਿਨ ਸਰਕਾਰ ਉੱਤੇ ਪਰਦਾ ਪਾਏਗੀ, ਬਾਹਰ ਨਹੀਂ ਕੱਢੇਗੀ। ਅਸੀਂ ਕਹਿੰਦੇ ਵੀ ਟੰਗ ਦਿਓ ਕੈਪਟਨ ਸਾਹਿਬ, ਜੇ ਕੁਝ ਖੱਟਣਾ ਜੇ, ਲੋਕਾਂ ਦੀਆਂ ਅਸੀਸਾਂ ਲੈਣੀਆਂ, ਟੰਗ ਦਿਓ ਇੱਕ ਦਾ ਕਾਂ ਮਾਰ ਕੇ ਜੀ। ਬਸ ਮੇਨ ਗੱਲ ਪੱਟੀ ਸਾਹਿਬ ਉਹੀ ਆ ਜਾਂਦੀ ਨਾ ਕਿ ਟੰਗਦੇ ਇਸ ਕਰਕੇ ਨਹੀਂ ਨੇ ਕਿ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਹੈ ਕਿ ਇੱਕ ਦੋ ਐਮਐਲਏ ਇੱਧਰ ਉੱਧਰ ਹੋ ਗਏ ਤੇ ਆਪਣੀ ਸਰਕਾਰਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਉਹ ਸਰਕਾਰਾਂ ਬਚਾਉਣ ਦੀ ਖਾਤਰ ਜਿਹੜਾ ਹੈ ਉਹ ਸਟੇਟ ਬਰਬਾਦ ਹੋ ਰਹੀ ਹੈ, ਉਸ ਚੱਕਰ 'ਚ ਉਹ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸੋ ਕਾਨੂੰਨੀ ਪਹਿਲੂ ਜਿਹੜੇ ਹੈਗੇ ਨੇ, ਮੇਨ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਕਾਨੂੰਨ ਵਿੱਚ ਜਿਹੜੀ ਇਸ ਟਾਈਮ ਸਖਤੀ ਲਿਆਉਣ ਦੀ ਲੋੜ ਹੈ, ਜਿਹੜੀ ਕਿ ਲਾ ਮੇਕਰ ਆਈ ਲੋਕ ਨੇ ਕਰਨਾ ਇਹਨਾਂ ਨਹੀਂ ਹੈ। ਸਾਡੇ ਤੁਹਾਡੇ ਵਰਗੇ ਇੱਥੇ ਬਹਿ ਕੇ ਅਸੀਂ ਡਿਬੇਟ ਕਰ ਸਕਦੇ ਹਾਂ। ਐਡਵੋਕੇਟ ਸਾਹਿਬ, ਕਾਨੂੰਨ ਜਿਹੜਾ ਮਰਜ਼ੀ ਬਣਾ ਦਿਓ, ਜੋ ਮਰਜ਼ੀ ਕਰ ਦਿਓ, ਜੇ ਇਹਨੂੰ ਇੰਪਲੀਮੈਂਟ ਕਰਨ ਵਾਲੇ ਸਹੀ ਨਹੀਂ ਕਰਨਗੇ, ਕੁਝ ਨਹੀਂ ਹੋ ਸਕਦਾ। ਜੀ ਬਿਲਕੁਲ। ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਆਪਣੀਆਂ ਕਿਤਾਬਾਂ ਪੜ੍ਹਦੇ ਵੀ ਨਹੀਂ ਬਈ ਮੈਂ ਕੇਸ ਆਪਣਾ ਹਾਰਨਾ ਨਹੀਂ, ਜਿੱਤਣਾ ਵਾ। ਉਹਨਾਂ ਨੇ ਕੇਸ ਹਾਰਨ ਦੇ ਪੈਸੇ ਮਿਲਦੇ, ਉਹਨਾਂ ਨੂੰ ਅਸੀਂ ਕੇਸ ਹਾਰਾਂਗੇ ਇੰਨੇ ਲੱਖ ਰੁਪਏ ਮਿਲ ਜੂਗਾ, ਕਿਉਂ ਕਾਨੂੰਨ ਦੀ ਗੱਲ ਕਰਨਗੇ ਉਹ? ਇਹਨਾਂ ਨੇ ਗੱਲ ਕੀਤੀ ਪਪੋਕਾ ਦੀ ਕਿ ਪੰਜਾਬ 'ਚ ਪਪੋਕਾ ਲਾ ਦਿਓ, ਜਿਹੜੀ ਕੱਲ ਮੀਟਿੰਗ ਹੋਈ ਆ। ਲੇਕਿਨ ਮੈਂ ਇੰਨੀ ਗੱਲ ਕਹਿੰਦਾ, ਕਿਸੇ ਪਪੋਕਾ ਦੀ ਲੋੜ ਨਹੀਂ। ਇਸ ਸਿਸਟਮ ਨੂੰ ਸਹੀ ਤਰੀਕੇ ਨਾਲ ਕਰ ਦਿਓ। ਇੱਕ ਬੰਦਾ ਕਿ ਇੱਕ ਸ਼ਰਾਬ ਦੀ ਤੁਸੀਂ ਬੋਤਲ ਕਹਿੰਦੇ ਹੋ, ਇੱਕ ਬੂੰਦ ਨਹੀਂ ਵੇਚ ਸਕਦੀ, ਜਿਹੜੀ ਸ਼ਰਾਬ ਇੱਕ ਬੂੰਦ ਨਹੀਂ ਵੇਚ ਸਕਦੀ। ਸਾਰੀ ਇਹਨਾਂ ਦੀ ਮਿਲੀ ਭੁਗਤ ਨਾਲ ਲਿਖ ਰਹੀ ਆ। ਸਾਡੀ ਬਦਕਿਸਮਤੀ ਵੇਖੋ, ਕਾਲੀ ਵਹੀ ਸਾਡੇ ਵਾਸਤੇ ਪਵਿੱਤਰ ਹੈ। ਬਾਬੇ ਨਾਨਕ ਜੀ ਜਿੱਥੇ ਰਹੇ ਸੀਗੇ, ਉਸ ਕਾਲੀ ਵਹੀ ਦੇ ਵਿੱਚ ਡਰਮ ਦਾ ਵਿੱਚ ਥੱਲੇ ਲਾਣ ਦੇ ਅਲਕੋਹਲ ਦੇ, ਉਹਨਾਂ ਲੋਕਾਂ ਨੂੰ ਸ਼ਰਮ ਨਾ ਆਈ? ਇਹ ਪਵਿੱਤਰ ਨਦੀ ਹੈ, ਲੋਕੀ ਮੱਥਾ ਟੇਕਦੇ ਆ ਕੇ ਇਹਨੂੰ। ਇਹ ਚੋਂ ਜਲ ਲੈ ਕੇ ਜਾ ਕੇ ਆਪਣੇ ਘਰ ਦਿੰਦੇ ਬੱਚਿਆਂ ਨੂੰ ਵੀ ਸ਼ਰਧਾ ਵਸ ਵੀ ਬਾਬੇ ਦੀ ਬਈ ਕਾਲੀ ਵੀ ਚੋਂ ਲੈ ਕੇ ਆਏ ਅਸੀਂ। ਇੱਥੋਂ ਤੱਕ ਸਾਡੇ ਗਿਰਾਵਟ ਆ ਰਹੀ ਸਾਡੇ। ਇਸ ਕਰਕੇ ਪ੍ਰਸ਼ਾਸਨ ਜੇ ਸਹੀ ਹੋ ਜਾਏ, ਪੁਲਿਸ ਸਹੀ ਹੋ ਜਾਏ, ਤੇ ਮੈਂ ਸੋਚਦਾ ਵੀ ਕੋਈ ਚਿੜੀ ਦੀ ਚੂਕ ਸਕਦੀ। ਇੱਥੇ ਸਰਕਾਰਾਂ ਦੀ ਸ਼ਹਿ ਨਾਲ, ਸਿਆਸੀ ਲੋਕਾਂ ਦੀ ਸ਼ਹਿ ਨਾਲ ਸਭ ਕੁਝ ਹੋ ਰਿਹਾ ਵਾ। ਸਰਕਾਰ ਜਿਹੜੀ ਪੁਲਿਸ ਆ, ਉਹਨਾਂ ਦੀ ਜਿਹੜੀ ਅੱਜ ਕੱਲ੍ਹ ਜਿਹੜੀ ਉਹ ਪੱਪਟ ਬਣੀ ਪਈ ਆ, ਕਿ ਹਰ ਕਿਸੇ ਨੂੰ ਪਤਾ ਜੇ ਮੈਂ ਐਮਐਲਏ ਦਾ ਨਾਂ ਬਣਾਈ ਤੇ ਮੈਨੂੰ ਚੰਗੀ ਜਗ੍ਹਾ ਨਹੀਂ ਮਿਲਣੀ, ਖੁੱਡੇ ਨਾਲ ਲਾ ਦੇਣਗੇ। ਉਹ ਕਰਪਸ਼ਨ ਨਹੀਂ ਕਰਦਾ ਵਾ, ਤੇ ਜਾ ਕੇ ਜੀ ਹਜ਼ੂਰੀ ਵੀ ਐਮਐਲਏ ਤੇ ਮੰਤਰੀ ਜੀ ਕਰਦਾ। ਤੇ ਜਿੰਨਾ ਚਿਰ ਉਹ ਕੰਮ ਚੱਲੂਗਾ ਉਹਨਾਂ ਚਿਰ ਇਹ ਨਾ ਧੰਦਾ ਬੰਦ ਹੋਣਾ ਤੇ ਨਾ ਬੰਦ ਹੋਇਆ ਜੀ। ਜੀ ਪੰਮੀ ਸਾਹਿਬ, ਤੁਸੀਂ ਕੀ ਕਹੋਗੇ ਇਸ ਬਾਰੇ ਜੋ ਪੱਟੀ ਸਾਹਿਬ ਨੇ? ਪੱਟੀ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਿਤੇ ਨਾ ਕਿਤੇ ਸਾਡੇ ਨੇਤਾਵਾਂ ਦਾ, ਸਾਡੇ ਸਰਕਾਰ ਦੇ ਐਮਐਲਏਜ਼ ਦਾ ਵਿੱਚ ਹੱਥ ਹੁੰਦਾ ਹੈ। ਕਿਸੇ ਨਾ ਕਿਸੇ ਰਾਜਨੇਤਾ ਦਾ ਹੱਥ ਸਿਰ ਤੇ ਹੁੰਦਾ ਹੈ, ਜੋ ਇਸ ਤਰ੍ਹਾਂ ਦੇ ਕਿਸੇ ਸ਼ਖਸ ਦੀ ਹਿੰਮਤ ਪੈਂਦੀ ਹੈ ਦੁਬਾਰਾ ਇਸ ਤਰ੍ਹਾਂ ਦਾ ਕੰਮ ਕਰਨ ਦੀ। ਪਰ ਮੈਂ ਇਹਦੇ 'ਚ ਇੱਕ ਛੋਟੀ ਜਿਹੀ ਚੀਜ਼ ਤੁਹਾਨੂੰ ਬਦਲਾਅ ਵਾਸਤੇ ਕਹਾਂਗਾ। ਜਿਹੜੀ ਗੱਲ ਤੁਸੀਂ ਕਹੀ ਕਿ ਬਦਲਾਅ ਆ ਨਹੀਂ ਸਕਦਾ, ਬਦਲਾਅ ਆ ਸਕਦਾ ਹੈ। ਉਹਦਾ ਤਰੀਕਾ ਮੈਂ ਦੱਸਦਾ। ਸਰਕਾਰ ਅਗਰ ਚਾਹੇ ਤਾਂ ਉਹ ਇਸ ਤਰ੍ਹਾਂ ਕਿ ਇਥੇਨ ਮਿਥੇਨ ਐਕਸਾਈਜ਼ ਐਕਟ ਦੇ ਅੰਡਰ ਕਵਰ ਕਰਦੇ ਹੈ। ਜਿਹੜਾ ਵੀ ਦੇਸੀ ਸ਼ਰਾਬ ਫੜੀ ਜਾਂਦੀ ਹੈ ਉਹ ਐਕਸਾਈਜ਼ ਐਕਟ ਦੇ ਅੰਡਰ ਕਵਰ ਕਰਦੇ ਹੈ। ਉਹਨੂੰ ਪਕੜਨ ਦੀ ਜ਼ਿੰਮੇਵਾਰੀ ਐਕਸਾਈਜ਼ ਡਿਪਾਰਟਮੈਂਟ ਦੀ ਰੱਖੀ ਜਾਂਦੀ ਹੈ, ਜਿਨ੍ਹਾਂ ਦੇ ਅਫਸਰ ਜ਼ਿਆਦਾਤਰ ਤੁਹਾਨੂੰ ਬਾਰਡਰਸ ਤੇ ਖੜੇ ਮਿਲਣਗੇ। ਮੈਂ ਇੱਕ ਪਿੰਡ ਦੇ ਖੇਤ 'ਚ ਪੱਟੀ ਲਗਾ ਕੇ ਆਪਣੀ ਸ਼ਰਾਬ ਬਣਾਈ, ਜ਼ਹਿਰੀਲੀ ਨਕਲੀ ਸ਼ਰਾਬ ਬਣਾ ਕੇ ਆਸ-ਪਾਸ ਦੇ ਪਿੰਡਾਂ 'ਚ ਵੇਚਤੀ, ਤੇ ਖੇਤਾਂ ਦੇ ਪਿੰਡਾਂ ਦੇ ਬਾਰਡਰਸ ਤੇ ਖੜੇ ਐਕਸਾਈਜ਼ ਦੇ ਅਫਸਰ ਨਹੀਂ ਮਿਲਦੇ, ਔਰ ਨਾ ਉਹ ਇਲਾਕਿਆਂ ਦੇ ਵਿੱਚ ਵੜ ਕੇ, ਖੇਤਾਂ ਦੇ ਵਿੱਚ ਵੜ ਕੇ ਪਕੜਨ ਦੀ ਹਿੰਮਤ ਕਰਦੇ ਹੈ। ਉਹ ਹਿੰਮਤ ਕੌਣ ਕਰ ਸਕਦਾ ਹੈ? ਜੇ ਸਰਕਾਰ ਇਥੇਨ ਮਿਥੇਨ ਦੀ ਵੇਚਣ ਨੂੰ, ਜੇ ਘਰ ਦੀ ਕੱਢੀ ਦੇਸੀ ਸ਼ਰਾਬ ਨੂੰ, ਜ਼ਹਿਰੀਲੀ ਸ਼ਰਾਬ ਨੂੰ ਵੇਚਣ ਨੂੰ ਐਨਡੀਪੀਐਸ ਐਕਟ ਦੇ ਅੰਡਰ ਕਵਰ ਕਰ ਦੇਣ, ਜਿਹਦੇ ਅੰਡਰ ਇਹਨਾਂ ਨੇ ਚਿੱਟੇ ਨੂੰ ਕਵਰ ਕੀਤਾ ਹੈ। ਤੇ ਚਿੱਟੇ ਤੇ ਨਾਰਕੋਟਿਕਸ ਡਿਪਾਰਟਮੈਂਟ ਨੇ ਸਖਤਾਈ ਵਧਾਈ। ਉਹਦੇ ਬਾਅਦ ਪੰਜਾਬ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚਿੱਟੇ ਦਾ ਨਾਮ ਕਾਫੀ ਹੱਦ ਤੱਕ ਘਟਦਾ ਜਾ ਰਿਹਾ ਹੈ। ਹੁਣ ਅਮਰਿੰਦਰ ਸਿੰਘ ਨੇ ਆ ਕੇ, ਕੈਪਟਨ ਸਾਹਿਬ ਨੇ ਸਰਕਾਰੀ ਜਾਣ ਤੋਂ ਬਾਅਦ ਚਿੱਟੇ ਤੇ ਸਖਤਾਈ ਕੀਤੀ, ਸਖਤਾਈ ਹੋਈ। ਜੇ ਸਰਕਾਰ ਚਾਹੇ ਸਖਤਾਈ ਕਰਨੀ, ਕੋਈ ਮੁਸ਼ਕਿਲ ਨਹੀਂ, ਥੋੜੀ ਜਿਹੀ ਕਾਨੂੰਨੀ ਦਾਅਵੇਪੇਚ ਬਦਲਣ ਦੀ ਜ਼ਰੂਰਤ ਹੈ। ਜਿਹੜੀ ਗੱਲ ਤੁਸੀਂ ਕਹੀ, ਮੈਂ ਬਿਲਕੁਲ ਸਹਿਮਤ ਹਾਂ ਕਿ 304 ਤੋਂ 302 ਚ ਇਹ ਚੀਜ਼ ਆ ਹੀ ਨਹੀਂ ਸਕਦੀ। ਅਗਰ ਚਲਾਨ ਪਾ ਵੀ ਦੇਣਗੇ 302 ਦਾ, ਤੇ ਜੱਜ ਸਾਹਿਬ ਕਾਨੂੰਨੀ ਤੌਰ ਤੇ ਬਾਉਂਡ ਹੁੰਦੇ ਹੋਏ ਉਹਨੂੰ 304 ਵਿੱਚ ਚਾਰजेस ਫਰੇਮ ਕਰਨ ਲੱਗਿਆ, ਉਹਨੂੰ 304 ਵਿੱਚ ਕਨਵਰਟ ਕਰ ਦੇਣਗੇ। ਉਹਦੇ ਬਾਅਦ ਉਸੇ ਚੀਜ਼ ਦਾ ਫਾਇਦਾ ਉਠਾ ਕੇ, ਕਿਉਂਕਿ ਕਾਨੂੰਨ ਦੀ ਨਜ਼ਰ ਵਿੱਚ 304 ਨੂੰ ਥੋੜਾ ਹਲਕਾ ਆਫੈਂਸ ਮੰਨਿਆ ਜਾਂਦਾ ਹੈ, ਅੱਜ ਨਹੀਂ ਤੇ ਸਾਲ 2 ਸਾਲ 3 ਸਾਲ ਨੂੰ ਜ਼ਮਾਨਤ ਹੋ ਜਾਏਗੀ, ਬੰਦਾ ਬਾਹਰ ਆਏਗਾ, ਫਿਰ ਆ ਕੇ ਉਹੀ ਕੰਮ ਕਰੇਗਾ। ਸਭ ਤੋਂ ਪਹਿਲੇ ਐਨਡੀਪੀਐਸ ਐਕਟ ਵਿੱਚ ਇਸ ਦੇਸੀ ਸ਼ਰਾਬ ਦੇ ਵੇਚਣ ਨੂੰ ਪਾਉਣ ਦੀ ਜ਼ਰੂਰਤ ਹੈ, ਕਿਉਂਕਿ ਐਨਡੀਪੀਐਸ ਐਕਟ ਦੇ ਵਿੱਚ ਜਲਦੀ ਜ਼ਮਾਨਤ ਨਹੀਂ ਮਿਲਦੀ। ਤੁਸੀਂ ਆਪ ਵੀ ਹੁਣੇ ਪੱਟੀ ਸਾਹਿਬ ਇਹੀ ਗੱਲ ਕਹੀ, ਔਰ ਮੇਰੇ ਵੀ ਡਾਟਾ ਇਹੀ ਗੱਲ ਕਹਿ ਰਹੇ ਆ। ਤਰਨਤਾਰਨ ਵਿੱਚ ਜਿਹੜੇ ਸ਼ਖਸ ਨੂੰ ਪਕੜਿਆ ਜ਼ਹਿਰੀਲੀ ਸ਼ਰਾਬ ਵੇਚਣ ਦੇ ਕੇਸ ਵਿੱਚ, ਉਸ ਸ਼ਖਸ ਤੇ 25 ਮੁਕਦਮੇ ਪਹਿਲੇ ਤੋਂ ਚੱਲ ਰਹੇ ਹਨ, ਔਰ ਉਹਨਾਂ 25 ਦੇ 25 ਮੁਕਦਮੇ ਜ਼ਮਾਨਤ ਤੇ ਬਾਹਰ ਆਂਦਾ ਹੈ, ਆ ਕੇ ਫਿਰ ਉਹੀ ਕੰਮ ਸ਼ੁਰੂ ਕਰਦਾ ਹੈ।
क्यों ना इस चीज ਨੂੰ ਕੋਈ ਆਰਡੀਨੈਂਸ ਪਾਸ ਕਰਕੇ ਸਰਕਾਰ ਇਸ ਟਾਈਮ ਫੁੱਲ ਮੈਜੋਰਿਟੀ 'ਚ ਬੈਠੀ ਹੈ, ਫੁੱਲ ਮੈਜੋਰਿਟੀ ਨਾਲ ਆਰਡੀਨੈਂਸ ਪਾਸ ਕਰਕੇ ਕਿਉਂ ਨਾ ਜ਼ਹਿਰੀਲੀ ਸ਼ਰਾਬ ਦੇ ਵੇਚਣ ਨੂੰ ਕਿਸੇ ਐਸੇ ਕਾਨੂੰਨ ਅਲੱਗ ਕਾਨੂੰਨ ਬਣਾ ਦੇਣ। ਕੋਈ ਮੁਸ਼ਕਲ ਨਹੀਂ ਹੈ ਸਰਕਾਰ ਵਾਸਤੇ, ਅਲੱਗ ਕਾਨੂੰਨ ਵੀ ਬਣ ਸਕਦਾ, ਨਹੀਂ ਤੇ ਇਹਨੂੰ ਐਨਡੀਪੀਐਸ ਐਕਟ ਦੇ ਅੰਡਰ ਸਟੇਟ ਅਮੈਂਡਮੈਂਟ ਕਰ ਸਕਦੀ ਹੈ। ਸਟੇਟ ਅਮੈਂਡਮੈਂਟ ਕਰਕੇ ਪੰਜਾਬ ਸਟੇਟ ਹੀ ਜ਼ਹਿਰੀਲੀ ਸ਼ਰਾਬ ਜਾਂ ਘਰ ਦੀ ਕੱਢੀ ਸ਼ਰਾਬ ਨੂੰ ਵੇਚਣ ਤੇ ਉਹਨੂੰ ਐਨਡੀਪੀਐਸ ਐਕਟ 'ਚ ਕਵਰ ਕਰ ਦੇਣ। ਨਾ ਐਨਡੀਪੀਐਸ ਐਕਟ 'ਚ 7 ਸਾਲ 5 ਸਾਲ 10 ਸਾਲ ਤੋਂ ਪਹਿਲੇ ਜ਼ਮਾਨਤ ਮਿਲਦੀ ਹੈ, ਔਰ ਨਾ ਹੀ ਬਾਹਰ ਆ ਕੇ ਜਦੋਂ ਉਸ ਇਨਸਾਨ ਨੂੰ 10 ਸਾਲ ਜੇਲ੍ਹ ਵਿੱਚ ਕੱਟਣੇ ਪਏ ਹੋਣ ਤੇ ਬਾਹਰ ਆਉਣ ਤੋਂ ਬਾਅਦ ਆਪਣਾ ਟ੍ਰੇਡ ਸਿਸਟਮ ਦੁਬਾਰਾ ਮੈਨੇਜ ਕਰ ਸਕਦਾ ਹੈ। ਪਹਿਲੀ ਚੀਜ਼। ਦੂਸਰੀ ਚੀਜ਼, ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਪੁਲਿਸ ਵਾਲੇ ਐਕਸ਼ਨ ਨਹੀਂ ਲੈਂਦੇ ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਨੇਤਾਵਾਂ ਦਾ ਹੱਥ ਹੁੰਦਾ ਹੈ। ਇਹ ਲੋਕ ਨੇਤਾਵਾਂ ਨੂੰ ਵੋਟਾਂ ਪਵਾ ਕੇ ਜਿਤਾਉਂਦੇ ਹੈ, ਐਮਐਲਏ ਬਣਾਉਂਦੇ ਹੈ। ਉਸ ਐਮਐਲਏ ਦਾ ਹੱਥ ਲੋਕਲ ਥਾਣੇਦਾਰ ਦੇ ਉੱਤੇ ਹੁੰਦਾ ਹੈ, ਇਸ ਲਈ ਲੋਕਲ ਥਾਣੇਦਾਰ ਐਮਐਲਏ ਨਾਲ ਨਹੀਂ ਵਿਗਾੜ ਸਕਦਾ। ਇਸ ਵਜ੍ਹਾ ਨਾਲ ਉਹ ਲੋਕਲ ਥਾਣੇਦਾਰ ਇਸ ਤਰ੍ਹਾਂ ਦੇ ਵਪਾਰੀਆਂ ਨਾਲ ਨਹੀਂ ਵਿਗਾੜਦਾ। ਲੇਕਿਨ ਕਿਤੇ ਨਾ ਕਿਤੇ ਅਗਰ ਅਸੀਂ ਇਨਸਾਨੀ ਜ਼ਿੰਦਗੀਆਂ ਬਚਾਣੀਆਂ ਹੈ ਤੇ ਲੋਕਲ ਥਾਣੇਦਾਰਾਂ ਉੱਤੇ ਸਖਤਾਈ ਦੀ ਜ਼ਰੂਰਤ ਹੈ। ਅਗਰ ਥਾਣੇਦਾਰ ਨਹੀਂ ਕਰਦੇ ਤੇ ਸਪੈਸ਼ਲਾਈਜ਼ਡ ਟੀਮਸ ਬਣਦੀਆਂ ਇਸ ਚੀਜ਼ ਵਾਸਤੇ, ਜਿਵੇਂ ਇਨਵੈਸਟੀਗੇਸ਼ਨ ਵਾਸਤੇ ਕੈਪਟਨ ਸਾਹਿਬ ਨੇ ਐਸਆਈਟੀਜ਼ ਬਣਾਈਆਂ, ਮੈਜਿਸਟ੍ਰੇਟਸ ਨੂੰ ਵਿੱਚ ਮੈਜਿਸਟਰੀਅਲ ਇਨਵੈਸਟੀਗੇਸ਼ਨ ਨਾਲ ਅਪਾਇੰਟ ਕੀਤੀ ਹੈ। ਉਹ ਇਹ ਹਾਦਸਾ ਹੋਣ ਤੋਂ ਬਾਅਦ ਹੋਣ ਦੀ ਜਗ੍ਹਾ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਵਾਸਤੇ ਪਹਿਲੇ ਵੀ ਕੀਤਾ ਜਾ ਸਕਦਾ ਹੈ। ਕਿਉਂ ਨਾ ਸਰਕਾਰ ਕੁਝ ਇਸ ਤਰ੍ਹਾਂ ਦੀਆਂ ਟੀਮਸ ਬਣਾਏ ਜੋ ਇਸ ਤਰ੍ਹਾਂ ਦੇ ਚੀਜ਼ਾਂ ਤੇ ਸ਼ਰਾਬ ਕੱਢਣ ਤੇ ਜਾਂ ਇਸ ਤਰ੍ਹਾਂ ਦੇ ਨਸ਼ੇ ਵੇਚਣ ਵਾਸਤੇ ਅਲੱਗ ਤੋਂ ਇੱਕ ਪੁਲਿਸ ਅਥਾਰਟੀ ਬਣ ਜਾਏ। ਸਟੇਟ ਕੋਲ ਪਾਵਰ ਹੈ, ਸਟੇਟ ਕੈਨ ਡੂ ਦਿਸ। ਸਟੇਟ ਇਸ ਤਰ੍ਹਾਂ ਦੀ ਇੱਕ ਅਲੱਗ ਤੋਂ ਟੀਮ ਬਣਾ ਸਕਦੀ ਹੈ, ਐਸਆਈਟੀ ਬਣਾ ਸਕਦੀ ਹੈ। ਥਰਡਲੀ, 304 ਦੇ ਵਿੱਚੋਂ ਇਹਨੂੰ ਕੱਢਣ ਦੀ ਜ਼ਰੂਰਤ ਹੈ। ਇਹਦੇ ਵਾਸਤੇ ਇਸ ਨੂੰ 304 ਚੋਂ ਕੱਢ ਕੇ ਆਰਡੀਨੈਂਸ ਪਾਸ ਕਰਕੇ ਹਰ ਹਾਲਤ ਵਿੱਚ 302 ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ ਇਸ ਚੀਜ਼ ਨੂੰ, ਕਿਉਂਕਿ ਜਿੱਥੋਂ ਤੱਕ 304 ਵਿੱਚ ਕੋਈ ਫਾਂਸੀ ਦੀ ਪ੍ਰੋਵੀਜ਼ਨ ਨਹੀਂ ਹੈ। ਭਾਵੇਂ ਉਹਦੇ ਵਿੱਚ 130 ਤੋਂ ਜ਼ਿਆਦਾ ਲੋਕ ਮਰ ਗਏ हैं, ਭਾਵੇਂ ਉਹਦੇ ਵਿੱਚ 1300 ਤੋਂ ਜ਼ਿਆਦਾ ਲੋਕ ਮਰ ਜਾਣ, ਕੋਈ ਪ੍ਰੋਵੀਜ਼ਨ ਨਹੀਂ ਹੈ ਫਾਂਸੀ ਦੀ। ਲੇਕਿਨ 302 ਦੇ ਵਿੱਚ ਸਜ਼ਾਏ ਮੌਤ ਦੀ ਵੀ ਪ੍ਰੋਵੀਜ਼ਨ ਹੈ। ਔਰ ਇਹ ਨਹੀਂ ਕਿ ਜਿਸ ਸ਼ਖਸ ਨੇ ਸ਼ਰਾਬ ਵੇਚੀ ਹੈ ਔਰ ਜਿਸ ਸ਼ਖਸ ਦੇ ਉੱਤੇ ਪਰਚਾ ਪਿਆ ਉਸ ਸ਼ਖਸ ਨੂੰ ਅੰਦਾਜ਼ਾ ਨਹੀਂ ਸੀ ਕਿ ਜੋ ਕਰ ਰਿਹਾ ਉਹਦੇ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਬਿਲਕੁਲ ਬੰਮੀ ਸਾਹਿਬ, ਜਿਹੜੀ ਅਗਰ ਇਸ ਤਰ੍ਹਾਂ ਹੀ ਸਰਕਾਰਾਂ ਲੋਕਾਂ ਨੂੰ ਖੁੱਲਾ ਛੱਡਣ ਲੱਗ ਗਈਆਂ, ਲੋਕਾਂ ਨੂੰ ਆਸ਼ਵਾਸਨ ਦੇਣ ਲੱਗ ਗਈਆਂ, ਸਹਾਰਾ ਦੇਣ ਲੱਗ ਗਈਆਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਕਾਨੂੰਨ ਦਾ ਮਜ਼ਾਕ ਉਡਾਉਂਦੇ ਹੈ। ਦੇਖੋ, ਜੁਡੀਸ਼ੀਅਲ ਪ੍ਰੋਸੀਜਰ ਜਿੰਨੇ ਵੀ ਹੈ ਉਹ ਇੱਕ ਲਿਮਿਟ ਤੱਕ ਕੰਮ ਕਰ ਸਕਦੇ ਆ। ਉਹਨਾਂ ਨੇ ਲਿਖੀਆਂ ਕਿਤਾਬਾਂ ਨਾਲ ਚੱਲਣਾ ਹੈ। ਕਿਤਾਬਾਂ ਲਿਖਣੀਆਂ ਸਰਕਾਰ ਨੇ। ਜੱਜ ਸਾਹਿਬ ਜਦੋਂ ਬੈਠਣਗੇ ਜ਼ਮਾਨਤ, ਇੱਕ ਮਿੰਟ ਪ੍ਰਵਿੰਦਰ ਸਿੰਘ ਜੀ, ਬਸ ਇੱਕ ਮਿੰਟ ਹੋਰ ਲਾਂਗਾ ਮੈਂ। ਜਦੋਂ ਜੱਜ ਸਾਹਿਬ ਬੈਠਣਗੇ ਜ਼ਮਾਨਤ ਤੇ ਐਪਲੀਕੇਸ਼ਨ ਲੱਗੇਗੀ, ਉਹਨੂੰ ਸੁਣਨਗੇ, ਉਹ ਸੁਣਨਗੇ ਕਿਤਾਬਾਂ ਦੇ ਵਿੱਚ ਲਿਖੇ ਕਾਨੂੰਨ ਮੁਤਾਬਕ। ਕਾਨੂੰਨ ਸਰਕਾਰ ਬਣਾ ਸਕਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਇਸ ਟਾਈਮ ਤੇ, ਔਰ ਓਪੋਜੀਸ਼ਨ ਨੂੰ ਚਾਹੀਦਾ ਹੈ ਇਸ ਤਰ੍ਹਾਂ ਦੀ ਚੀਜ਼ ਸਭ ਤੋਂ ਪਹਿਲੇ ਸਰਕਾਰ ਦੇ ਹਾਮੀ ਚ ਹਾਮੀ ਭਰਨ। ਉਹਨਾਂ ਨੂੰ ਸਾਈਕੋਫੈਂਸੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਸਮਰਥਨ ਕਰਨਾ ਚਾਹੀਦਾ ਸਰਕਾਰ ਦਾ ਅਗਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਦਾ ਹੈ। ਪਰ ਕਿਉਂਕਿ ਓਪੋਜੀਸ਼ਨ ਵਿੱਚ ਬੈਠੇ ਨੇਤਾਵਾਂ ਦੇ ਚੇਲੇ ਜਿਹੜੇ ਉਹ ਐਮਐਲਏ ਜਿੱਤ ਕੇ ਆਏ ਆ, ਉਹਨਾਂ ਦੇ ਜਿਹੜੇ ਚੇਲੇ ਹੈ ਜਾਂ ਉਹਨਾਂ ਦੇ ਜਿਹੜੇ ਪੋਲੀਟੀਕਲ ਫੋਲੋਅਰਸ ਹੈ, ਉਹਨਾਂ ਚੋਂ ਵੀ ਕੁਝ ਇਸ ਤਰ੍ਹਾਂ ਦੇ ਕੰਮਾਂ ਚ ਹੈ ਤੇ ਓਪੋਜੀਸ਼ਨ ਵੀ ਸਰਕਾਰਾਂ ਦੀ ਓਪੋਜੀਸ਼ਨ ਸਟਾਰਟ ਕਰ ਦਿੰਦੀ ਹੈ ਕਿ ਇਸ ਤਰ੍ਹਾਂ ਦਾ ਆਰਡੀਨੈਂਸ ਨਾ ਬਣਾਓ। ਨਹੀਂ ਤੇ ਸਟੇਟ ਗਵਰਨਮੈਂਟ ਕੋਲ ਇਸ ਹੱਦ ਤੱਕ ਪਾਵਰ ਹੈ, ਜਿਵੇਂ ਗੁਜਰਾਤ ਵਿੱਚ ਸ਼ਰਾਬ ਬਿਲਕੁਲ ਬੰਦ ਹੈ, ਪੰਜਾਬ ਦੇ ਵਿੱਚ ਸ਼ਰਾਬ ਬਿਲਕੁਲ ਬੰਦ ਕਿਉਂ ਨਹੀਂ ਕੀਤੀ ਜਾ ਸਕਦੀ? ਰੈਵਨਿਊ ਦੀ ਗੱਲ ਹੈ, ਜਿੱਥੋਂ ਤੱਕ ਪੰਜਾਬ ਸਰਕਾਰ ਕੋਲ ਜਿੰਨੀ ਜਗ੍ਹਾ ਹੈ ਔਰ ਜਿੰਨੇ ਰਿਸੋਰਸਿਸ ਹੈ, ਪੰਜਾਬ ਸਰਕਾਰ ਅਗਰ ਸ਼ਰਾਬ ਦਾ ਰੈਵਨਿਊ ਚਾਹੇ ਤੇ ਕਿਸੇ ਵੀ ਹੋਰ ਰਸਤੇ ਤੋਂ ਪੂਰਾ ਕਰ ਸਕਦੀ ਹੈ। ਔਰ ਜਿੱਥੋਂ ਤੱਕ ਗੱਲ ਹੈ ਮੁਆਵਜ਼ਾ ਦੇਣ ਦੀ, ਠੀਕ ਹੈ, ਮੈਂ ਪੱਟੀ ਸਾਹਿਬ ਨਾਲ ਸਹਿਮਤ ਹਾਂ ਕਿ ਜਿਹਦੇ ਬੱਚੇ ਛੋਟੇ ਹੈ ਜਾਂ ਜਿਹਦੀ ਵਾਈਫ ਹੈਂਡੀਕੈਪਡ ਹੈ, ਉਹਨਾਂ ਕੋਲ ਕੋਈ ਗੁਜ਼ਾਰਾ ਕਰਨ ਦਾ ਰਸਤਾ ਨਹੀਂ ਹੈ। ਕਿਆ ਇਹ ਚੀਜ਼ ਸ਼ਰਾਬ ਪੀਣ ਤੋਂ ਪਹਿਲੇ ਉਸ ਹੈਂਡੀਕੈਪਡ ਲੇਡੀ ਦੇ ਘਰ ਵਾਲੇ ਨੂੰ ਨਹੀਂ ਪਤਾ ਸੀਗੀ ਕਿ ਉਹਦੀ ਵਾਈਫ ਹੈਂਡੀਕੈਪਡ ਹੈ ਤੇ ਉਹਦੇ ਛੋਟੇ ਬੱਚੇ ਹੈ, ਉਹਨੂੰ ਸ਼ਰਾਬ ਇਸ ਤਰ੍ਹਾਂ ਦੀ ਨਹੀਂ ਪੀਣੀ ਚਾਹੀਦੀ ਜਿਹਦੇ ਨਾਲ ਉਹਦੀ ਜਾਨ ਨੂੰ ਖਤਰਾ ਹੋਏ? ਕਿਆ ਕੋਈ ਇਨਸਾਨ 10ਵੀਂ ਮੰਜ਼ਿਲ ਤੇ ਚੜ ਕੇ ਛਲਾਂਗ ਮਾਰ ਦੇ ਔਰ ਹੱਥ ਜੋੜ ਕੇ ਕਹੇ ਵਾਹਿਗੁਰੂ ਮੈਨੂੰ ਬਚਾ ਲੈ, ਕਿਆ ਉਹ ਬਚਣ ਦਾ ਹੱਕਦਾਰ ਹੈ? ਵਾਹਿਗੁਰੂ ਇਜ਼ ਅਲਟੀਮੇਟ ਪਾਵਰ, ਵਾਹਿਗੁਰੂ ਕੁਝ ਵੀ ਕਰ ਸਕਦਾ ਹੈ, ਪਰ ਕਿਆ ਸਰਕਾਰ ਜਾਂ ਪੁਲਿਸ ਉਸ ਤਰ੍ਹਾਂ ਦੇ ਬੰਦੇ ਨੂੰ ਬਚਾ ਸਕੇਗੀ ਜਿਹੜਾ 10ਵੀਂ ਮੰਜ਼ਿਲ ਤੋਂ ਚੜ ਕੇ ਛਲਾਂਗ ਮਾਰ ਦੇਵੇ? ਨਾ ਬਚਾ ਸਕਦੀ ਹੈ, ਨਾ ਬਚਾਉਣ ਦੀ ਅਥਾਰਟੀ ਹੈ, ਔਰ ਨਾ ਬਚਾਉਣਾ ਚਾਹੀਦਾ ਹੈ। ਇਹ ਉਹ ਲੋਕ ਹੈ ਜਿਨ੍ਹਾਂ ਨੇ ਆਪ ਜਾ ਕੇ ਮੌਤ ਨੂੰ ਐਸੀ ਚੀਜ਼ ਨੂੰ ਗਲੇ ਲਗਾਇਆ ਹੈ ਸਿਰਫ ਪੈਸੇ ਬਚਾਉਣ ਵਾਸਤੇ ਕਿ ਸਰਕਾਰੀ ਠੇਕੇ ਤੋਂ ਸ਼ਰਾਬ ਜਿਹੜੀ ਮਿਲੇਗੀ ਉਹ ਕਿਸੇ ਬ੍ਰਾਂਡ ਦੀ ਮਿਲੇਗੀ, ਥੋੜੀ ਮਹਿੰਗੀ ਮਿਲੇਗੀ। ਇਹ ਥੋੜੀ ਜੀ ਸਸਤੀ ਮਿਲ ਜਾਂਦੀ ਹੈ, ਭਾਵੇਂ ਇਹਦੇ ਜਾਨ ਦਾ ਖਤਰਾ, ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਆਪ ਖਤਰੇ ਨੂੰ ਮੂੰਹ ਲਗਾਇਆ ਹੈ।
क्या इस तरह के शख्स ਦੇ ਬੱਚਾ, अगर एक बेटा 16 साल का होएगा और ਉਹਦੇ ਘਰ 5 ਲੱਖ रुपए आके रखा जाएगा, क्या ਅਸੀਂ ਇਹ नहीं समझ सकते कि काफी हद तक वो बच्चा भी बिगड़ जाएगा बिना मेहनत किते पैसा आ जाने नाल? इस तरह के लोगों को रोजगार दो। सरकार कोई आसान रोजगार दे सकती है। ਜਿਹੜੀ ਜਨਾਨੀ ਹੈਂਡੀਕੈਪਡ ਹੈ ਉਹ ਘਰ ਬਹਿ ਕੇ ਸੂਟ ਸੀ ਸਕਦੀ ਹੈ, ਘਰ ਬਹਿ ਕੇ ਹੋਰ ਕੋਈ ਕੰਮ ਕਰ ਸਕਦੀ ਹੈ, ਉਹਨਾਂ ਨੂੰ ਰੋਜ਼ਗਾਰ ਦਿਓ। ਅਸੀਂ ਅਗਰ ਸੜਕ ਤੇ ਜਾਂਦੇ ਆ, ਲਾਲ ਬੱਤੀ ਤੇ ਖਲੋਨੇ ਆ, ਕੋਈ ਭਿਖਾਰੀ ਭੀਖ ਮੰਗਣ ਆਂਦਾ ਔਰ ਅਸੀਂ ਉਹਨੂੰ ਭੀਖ ਦੇ ਦਿੰਨੇ ਆ ਨਾ, ਅਸੀਂ ਉਹਦਾ ਭਲਾ ਨਹੀਂ ਕਰਦੇ, ਅਸੀਂ ਕਿਤੇ ਨਾ ਕਿਤੇ ਉਸ ਸ਼ਖਸ ਦਾ ਬੁਰਾ ਕਰਦੇ ਆ। ਭਲਾ ਤਾਂ ਹੋਏਗਾ ਜੇ ਉਸ ਸ਼ਖਸ ਨੂੰ ਅਸੀਂ ਨੌਕਰੀ ਦੇ ਕੇ ਕਹਾਂਗੇ ਕਿ ਤੈਨੂੰ ਮੰਗ ਕੇ ਖਾਣ ਦੀ ਲੋੜ ਨਹੀਂ, ਕਿਰਤ ਕਰ, 10 ਨੂੰਹਾਂ ਦੀ ਕਿਰਤ ਕਰਕੇ ਖਾ। ਜਿਹੜੀ ਗੱਲ ਬਟਾਲਵੀ ਸਾਹਿਬ ਨੇ ਕਹੀ, टैक्स ਅਸੀਂ लोग भरते हैं, ਅਸੀਂ लोग सारा दिन ਸਵੇਰ ਤੋਂ ਸ਼ਾਮ ਤੱਕ ਇੱਕ ਆਮ ਆਦਮੀ ਮਿਹਨਤ ਕਰਕੇ ਕਮਾ ਕੇ ਲਿਆਂਦਾ, ਉਹਦੇ ਤੇ ਟੈਕਸ ਭਰ ਕੇ ਸਰਕਾਰ ਨੂੰ ਦਿੰਦਾ ਹੈ। ਉਹਦੇ ਬਾਅਦ ਸਰਕਾਰ ਇਸ ਤਰ੍ਹਾਂ ਦੇ ਹਾਦਸੇ ਸਿਰਫ ਆਪਣੀਆਂ ਵੋਟਾਂ ਬਚਾਉਣ ਦੇ ਚੱਕਰ 'ਚ, ਕਿਉਂਕਿ 150 ਤੋਂ ਜ਼ਿਆਦਾ ਜਾਂ 130 ਤੋਂ ਜ਼ਿਆਦਾ ਪਰਿਵਾਰਾਂ ਦੇ ਘਰ 'ਚ ਮੌਤ ਹੋ ਗਈ, ਉਹਨਾਂ ਦੀਆਂ ਵੋਟਾਂ ਨਾ ਖਰਾਬ ਹੋ ਜਾਣ, ਅਗਲੀ ਵਾਰੀ ਸਭ ਕਾਂਗਰਸ ਨੂੰ ਪੈ ਜਾਣ ਜਾਂ ਆਮ ਆਦਮੀ ਪਾਰਟੀ ਨੂੰ ਪੈ ਜਾਣ ਜਾਂ ਅਕਾਲੀ ਦਲ ਨੂੰ ਪੈ ਜਾਣ, ਤੇ ਉਹ ਮੁਆਵਜ਼ੇ ਵੰਡ ਦਿੰਦੇ ਆ। ਜਿਹੜੀ ਗੱਲ ਤੁਸੀਂ ਕਹੀ ਸੀਗੀ ਇੱਕ ਚੁਟਕਲੇ ਦੇ ਰੂਪ ਵਿੱਚ ਕਿ ਇੱਕ ਲੜਕੀ ਬਾਦਲਾਂ ਦੀ ਬੱਸ ਥੱਲੇ ਆ ਕੇ ਉਹਦੀ ਡੈਥ ਹੋ ਗਈ ਤੇ ਉਹਨੂੰ 23 ਲੱਖ ਰੁਪਏ ਮੁਆਵਜ਼ਾ ਮਿਲਿਆ, ਉਹ ਮੁਆਵਜ਼ਾ ਮਿਲਣਾ ਇਸ ਲਈ ਜਾਇਜ਼ ਸੀ ਕਿਉਂਕਿ ਉਹ ਲੜਕੀ ਅਕੇਲੀ ਘਰ ਦੇ ਵਿੱਚ ਕਮਾਉਣ ਵਾਲੀ ਸੀ ਤੇ ਉਹਦੇ ਬਜ਼ੁਰਗ ਮਾਪਿਓ ਸੀ ਜਿਹੜੇ ਕੰਮ ਨਹੀਂ ਕਰ ਸਕਦੇ ਸੀ। ਔਰ ਉਹ ਹਾਦਸਾ ਅਸਲ 'ਚ ਹਾਦਸਾ ਸੀ। ਉਹ ਲੜਕੀ ਨੇ ਬੱਸ ਦੇ ਅੱਗੇ ਛਲਾਂਗ ਨਹੀਂ ਲਗਾਈ ਸੀ ਜਾਂ ਲੜਕੀ ਚਲਦੀ ਬੱਸ 'ਚੋਂ ਜਿਹੜਾ ਹੈ ਚਲਦੀ ਬੱਸ 'ਚੋਂ ਉਤਰਨ ਦੇ ਚੱਕਰ 'ਚ ਥੱਲੇ ਨਹੀਂ ਆਈ ਸੀ, ਉਹ ਹਾਦਸਾ ਸੀ ਵਾਕਈ। ਇਹ ਆਪ ਜਾ ਕੇ ਮੌਤ ਨੂੰ ਗਲੇ ਲਗਾਉਣ ਵਾਲਾ ਕੰਮ ਕੀਤਾ ਗਿਆ कि मैं आप फांसी लगा ला तो उसके बाद मैं सरकार तो मुआवजा मंगना शुरू करदा, मैं जायज रवांगा? मैं किते भी जायज नहीं होवांगा। ਜੀ ਬੰਮੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਾਨੂੰਨੀ ਪਹਿਲੂਆਂ ਦੀ ਗੱਲ ਕੀਤੀ ਸੀ, ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਾਨੂੰਨ ਵਿੱਚ ਬੜਾ ਬਦਲਾਅ ਕਰਨ ਦੀ ਲੋੜ ਹੈ। ਇਹ ਚੀਜ਼ਾਂ ਜਿਹੜੀਆਂ ਐਨਡੀਪੀਐਸ ਐਕਟ ਦੇ ਅੰਡਰ ਆਣੀਆਂ और हो सकता है, ਇਹ ਨਹੀਂ ਕਿ ਹੋ ਨਹੀਂ ਸਕਦਾ, ਹੋ ਵੀ ਸਕਦਾ ਹੈ। ਦੇਖੋ ਜੀ, ਹੋ ਸਕਦਾ ਹੈ ਜੇ ਸਰਕਾਰਾਂ ਚਾਹਣ ਤੇ ਹੋ ਸਕਦਾ ਹੈ, ਪਰ ਜੇ ਸਰਕਾਰਾਂ ਨਹੀਂ ਚਾਹਣਗੀਆਂ ਫਿਰ ਕਿਸ ਤਰ੍ਹਾਂ ਹੋ ਸਕਦਾ ਹੈ? ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਐਨਡੀਪੀਐਸ ਐਕਟ ਦੇ ਅੰਡਰ ਆ ਜਾਏਗਾ ਤੇ ਇਹਦੇ ਵਿੱਚ ਕਾਫੀ ਹੱਦ ਤੱਕ ਬਦਲਾਵਾਂ ਦੇ ਚਾਂਸ, ਕਾਫੀ ਚੀਜ਼ਾਂ ਰੁਕ ਸਕਦੀਆਂ ਨੇ। ਪਰ ਮੇਨ ਗੱਲ ਇਹ ਨਾ ਕਿ ਕਰੇਗਾ ਕੌਣ? ਸਰਕਾਰਾਂ ਕਰਨਾ ਨਹੀਂ ਚਾਹੁੰਦੀਆਂ ਨੇ। ਮੈਂ ਛੋਟੀ ਜਿਹੀ ਚੀਜ਼ ਇੱਕ ਹੋਰ ਐਡ ਕਰਨਾ ਚਾਹਾਂਗਾ। ਜਦੋਂ ਤੁਹਾਡਾ ਮਾਰਚ ਅਪ੍ਰੈਲ ਮਈ ਦਾ ਜਿਹੜਾ ਲਾਕਡਾਊਨ ਰਿਹਾ, ਉਹਦੇ ਵਿੱਚ ਖਾਸ ਕਰ ਪੰਜਾਬ ਦੀਆਂ ਜਿਹੜੀਆਂ ਨੇ ਤਸਵੀਰਾਂ ਹਰ ਟੀਵੀ ਚੈਨਲ ਤੇ ਚਲੀਆਂ ਕਿ ਪੰਜਾਬ ਵਿੱਚ ਪੰਜਾਬ ਪੁਲਿਸ ਨੇ ਡਾਂਗਾ ਮਾਰ-ਮਾਰ ਘਰਾਂ ਨੂੰ ਲੋਕਾਂ ਨੂੰ ਘਰਾਂ ਅੰਦਰ ਵਾੜਿਆ ਸੀਗਾ। ਅੱਜ ਉਹ ਗੱਲ ਕਿਤੇ ਨਾ ਕਿਤੇ ਠੀਕ ਨਜ਼ਰ ਆਉਂਦੀ ਹੈ ਕਿ ਪੰਜਾਬ ਪੁਲਿਸ ਨੇ ਜੇ ਕੀਤਾ ਸੀਗਾ ਧੱਕੇ ਨਾਲ, ਕਿਉਂਕਿ ਢੀਠ ਲੋਕ ਜਿਹੜੇ ਬਾਹਰ ਨਿਕਲਦੇ ਸਨ ਤੇ ਉਸ ਵਕਤ ਪੰਜਾਬ ਵਿੱਚ ਕਰੋਨਾ ਕਾਫੀ ਕੰਟਰੋਲ ਰਿਹਾ। ਹੁਣ ਜਦੋਂ ਲਾਕਡਾਊਨ ਤੋਂ ਬਾਅਦ ਅਨਲੌਕ 1 2 3 ਸਟਾਰਟ ਹੋਏ ਤੇ ਹੁਣ ਵੇਖਣ ਹੀ ਜਾਂਦਾ ਕਿ ਪੰਜਾਬ ਦੇ ਬਾਜ਼ਾਰਾਂ ਵਿੱਚ ਭਾਵੇਂ ਰੱਖੜੀ ਦਾ ਤਿਉਹਾਰ ਹੈ ਤੇ ਭਾਵੇਂ ਕੋਈ ਹੋਰ ਹੋਏ, ਲੋਕੀ ਇੱਕ ਦੂਜੇ ਤੇ ਚੜੇ ਫਿਰਦੇ ਨੇ, ਕਿਤੇ ਮਾਸਕ ਨਜ਼ਰ ਨਹੀਂ ਆਉਂਦਾ। ਹੁਣ ਪੁਲਿਸ ਢਿੱਲੀ ਪੈ ਗਈ ਹੈ ਤੇ ਇਸ ਟਾਈਮ ਉੱਥੇ ਔਰ ਪੰਜਾਬ ਵਿੱਚ ਹੁਣ ਦੇਖੋ ਤੁਸੀਂ ਕਿ ਕੇਸ ਕਿੰਨੇ ਵਧਣੇ ਸ਼ੁਰੂ ਹੋ ਗਏ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਮੇਨ ਗੱਲ ਇਹ ਆ ਜਾਂਦੀ ਹੈ ਕਿ ਅਗਰ ਸਰਕਾਰਾਂ ਚਾਹਣ ਤੇ ਸਭ ਕੁਝ ਹੋ ਸਕਦੀਆਂ ਨੇ, ਤੇ ਜੇ ਸਰਕਾਰਾਂ ਆਪ ਢਿੱਲੀਆਂ ਪੈ ਜਾਣਗੀਆਂ ਤੇ ਕੁਝ ਵੀ ਨਹੀਂ ਹੋ ਸਕਦਾ। ਤੇ ਜਾਂਦੇ ਜਾਂਦੇ ਆਖਰੀ ਲਫ਼ਜ਼ਾਂ 'ਚ ਬਟਾਲਵੀ ਸਾਹਿਬ, ਆਪ ਕੀ ਇਸ ਬਾਰੇ ਕਹਿਣਾ ਚਾਹੋਗੇ? ਥੋੜਾ ਤੁਹਾਡੇ ਵਿਚਾਰ ਥੋੜੇ ਲਫ਼ਜ਼ਾਂ 'ਚ। ਮੈਂ ਕਹਿਣਾ ਚਾਹੁੰਦਾ ਵੀ ਭੱਟੀ ਸਾਹਿਬ ਨੇ ਜੋ ਕੁਝ ਕਿਹਾ ਬਿਲਕੁਲ ਠੀਕ ਕਿਹਾ, ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ 5 ਲੱਖ ਦਾ ਮੁਆਵਜ਼ਾ ਸਰਕਾਰ ਦੇ ਰਹੀ ਹੈ, ਪਹਿਲੀ ਗੱਲ ਤਾਂ ਸਮਗਲਰਾਂ ਦੀ ਜਾਂ ਉਹ ਸ਼ਰਾਬ ਬਣਾਉਣ ਦੀ ਜਾਇਦਾਦਾਂ ਜ਼ਬਤ ਕਰਕੇ ਕੁਰਕ ਕਰਕੇ ਉਹਨੂੰ ਵੇਚ ਕੇ ਉਹ 'ਚੋਂ ਦੇਣਾ ਚਾਹੀਦਾ। ਕਿਉਂਕਿ ਜੇ ਸਰਕਾਰਾਂ ਏਦਾਂ ਦੇਣਗੇ ਤਾਂ ਅਸੀਂ ਸ਼ਾਇਦ ਕਿਤੇ ਨਾ ਕਿਤੇ ਜਾਣੇ ਅਸੀਂ ਉਹਨਾਂ ਨੂੰ ਉਤਸ਼ਾਹਤ ਕਰ ਰਹੇ ਹੁੰਦੇ ਆ ਜਿਹੜੇ ਲੋਕ ਇਹੋ ਜਿਹਾ ਕੰਮ ਕਰਕੇ ਮਰਦੇ ਨੇ। ਕਿਉਂਕਿ ਸ਼ਾਇਦ ਤੁਸੀਂ ਮੰਨਦੇ ਹੋ ਕਿ ਜਦੋਂ ਕਿਸੇ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਜਿਹਦੇ ਵਿੱਚ ਜਾਨ ਦਾ ਖਤਰਾ ਹੋਵੇ, ਉਹਨਾਂ ਲੋਕਾਂ ਦਾ ਬੀਮਾ ਕੀਤਾ ਜਾਂਦਾ ਜੋ ਕਰੋੜਾਂ 'ਚ ਹੁੰਦਾ। ਇਹ ਤਾਂ ਕੋਈ ਐਕਸਪੈਰੀਮੈਂਟ ਨਹੀਂ ਸੀਗਾ, ਇਹ ਤਾਂ ਲੋਕਾਂ ਨੇ ਆਪਣੀ ਜਾਨ ਆਪ ਖੁਦ ਗਵਾਈ ਹੈ ਸਿਰਫ ਸਸਤੀ ਸ਼ਰਾਬ ਦੇ ਚੱਕਰ ਦੇ ਵਿੱਚ। ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਉਹਨਾਂ ਦਾ ਮੁਆਵਜ਼ਾ ਜੇ ਦੇਣ ਸਰਕਾਰੀ ਪੈਸੇ 'ਚੋਂ ਨਹੀਂ ਮਿਲਣਾ ਚਾਹੀਦਾ, ਉਹਨਾਂ ਨੂੰ ਉਹਨਾਂ ਲੋਕਾਂ ਦੀਆਂ ਜਿਹੜੇ ਕਸੂਰਵਾਰ ਨੇ ਉਹਨਾਂ ਦੀ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ 'ਚ ਦੇਣਾ ਚਾਹੀਦਾ ਵਾ। ਬਸ ਤੇ ਇਹਨਾਂ ਲਫ਼ਜ਼ਾਂ ਨਾਲ ਹੀ ਕਹਿਣਾ ਚਾਹੁੰਦਾ ਕਿ ਇਹ ਬਹੁਤ ਕੁਛ ਸਰਕਾਰ ਦੇ ਹੱਥੋਂ ਹੁੰਦਾ ਜੋ ਚਾਹੁਣ ਤੇ ਕਰ ਸਕਦੇ ਜੀ। ਬਟਾਲਵੀ ਸਾਹਿਬ, ਮੈਂ ਤੁਹਾਡੀ ਗੱਲ ਨੂੰ ਕਾਨੂੰਨੀ ਤਰੀਕੇ ਨਾਲ ਦੱਸਦਾ ਕਿ ਇਹ ਮੁਮਕਿਨ ਵੀ ਹੈ ਕਿਉਂਕਿ ਸੀਆਰਪੀਸੀ ਦੇ ਵਿੱਚ ਮੁਲਜ਼ਮ ਦੀ ਪ੍ਰਾਪਰਟੀ ਕੁਰਕ ਕਰਕੇ ਵਿਕਟਿਮ ਨੂੰ ਕੰਪਨਸੇਸ਼ਨ ਦੇਣ ਦੀ ਪ੍ਰੋਵੀਜ਼ਨ ਵੀ ਹੈ, ਪਰ ਉਹ ਕਰ ਸਕਦੀ ਹੈ ਸਿਰਫ ਪੁਲਿਸ। ਔਰ ਅਗਰ ਪੁਲਿਸ ਉਹ ਐਪਲੀਕੇਸ਼ਨ ਕੋਰਟ ਕੋਲ ਲਗਾਏ ਤਾਂ ਕੋਰਟ ਅਲਾउ ਕਰ ਸਕਦੀ ਹੈ, ਨਹੀਂ ਤੇ ਕੋਰਟ ਆਪੇ ਨਹੀਂ ਉਸ ਚੀਜ਼ ਤੇ ਐਪਲੀਕੇਸ਼ਨ ਲੈ ਸਕਦੀ, ਉਸ ਕਾਨੂੰਨ ਦੀ ਐਪਲੀਕੇਸ਼ਨ ਕਰ ਸਕਦੀ।
CRPC एक ऐसा कानून है जिदे मुताबिक फौजदारी मुकदमे ते फौजदारी कोर्टां काम करदियां। पर इट इज कोड ऑफ क्रिमिनल प्रोसीजर। ਮੰਮੀ ਸਾਹਿਬ ਗੱਲ ਇੱਥੇ ਇਸ ਤਰ੍ਹਾਂ ਹੈ ਕਿ ਪੁਲਿਸ ਉਹ ਕਰੇਗੀ ਨਾ ਜੋ ਸਰਕਾਰਾਂ ਉਹਨਾਂ ਤੋਂ ਕਰਵਾਉਣਗੀਆਂ। ਸਰਕਾਰਾਂ ਦੇ ਦਬਾਅ ਵਿੱਚ ਹੁੰਦੀ ਪੁਲਿਸ। ਪੁਲਿਸ ਵੀ ਤੇ ਆਜ਼ਾਦ ਨਹੀਂ ਹੈ ਨਾ, ਇੰਡੀਪੈਂਡੈਂਟਲੀ ਤੇ ਕੰਮ ਕਰ ਹੀ ਨਹੀਂ ਸਕਦੀ। ਸੋ ਮੇਨ ਗੱਲ पंजाब के मुकाबले दिल्ली च इसी भी पुलिस का थोड़ा जिहा रवैया ज्यादा अच्छा है, क्योंकि दिल्ली पुलिस का जवाबदेही सीधा सेंटर ਨੂੰ है। ਹਾਂਜੀ ਔਰ ਉਹਦੇ ਵਿੱਚ ਕਈ ਚੈਨਲ ਐਸੇ ਆ ਜਾਂਦੇ ਆ ਜਿਹਦੇ ਚ ਉਹਨਾਂ ਨੂੰ ਚਾਪਲੂਸੀਆਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਨੇਤਾ ਨੂੰ ਖੁਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਜੀ MLA ਲੈਵਲ ਤੱਕ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ, ਔਰ SHO ਲੈਵਲ ਦਾ ਬੰਦਾ MP ਲੈਵਲ ਦੇ ਨੇਤਾ ਦੀ ਚਾਪਲੂਸੀਆਂ ਨਹੀਂ ਕਰਦਾ ਕਦੀ ਵੀ, ਲੋੜ ਹੀ ਨਹੀਂ ਹੁੰਦੀ। ਔਰ DCP ਲੈਵਲ ਦੇ ਅਫਸਰ ਕਰ ਲੈਂਦੇ ਆ ਕਿਉਂਕਿ ਸੈਂਟਰ ਤੋਂ IPS ਲੈਵਲ ਤੇ ਟ੍ਰਾਂਸਫਰਸ ਹੁੰਦੀਆਂ। ਸੋ ਇਹ ਆਪ ਜੀ ਦੇਖ ਰਹੇ ਸੋ ਇਸ ਮਸਲੇ ਤੇ ਸਾਡੇ ਕੋਲ ਜਿਹੜੇ 3 ਵਿਦਵਾਨ ਬੈਠੇ ਸਨ। ਕਾਨੂੰਨੀ ਪਹਿਲੂ ਵੀ ਦੇਖਿਆ ਤੁਸੀਂ, ਪੱਤਰਕਾਰਾਂ ਦਾ ਵੀ ਦੇਖਿਆ, ਤੇ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜੋ ਇਹ ਚੀਜ਼ ਹੋਈ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਤੇ ਦੋਸ਼ੀ ਹੈ ਹੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਪਬਲਿਕ, ਆਮ ਪਬਲਿਕ ਵੀ ਇਸ ਦੇ ਵਿੱਚ ਦੋਸ਼ੀ ਬਹੁਤ ਜ਼ਿਆਦਾ ਹੈ। ਕੱਲਾ ਸਰਕਾਰਾਂ ਦਾ ਜਾਂ ਕੱਲਾ ਪੁਲਿਸ ਦਾ ਕਸੂਰ ਨਹੀਂ ਅਸੀਂ ਕੱਢ ਸਕਦੇ। ਲੋਕ ਆਪ ਦੋਸ਼ੀ ਨੇ। ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਆਪੋਜੀਸ਼ਨ ਦੇ ਦਬਾਅ ਵਿੱਚ, ਕਿਸੇ ਨਾ ਕਿਸੇ ਉਤਲੇ ਦਬਾਅ ਵਿੱਚ ਰਹਿੰਦੀਆਂ ਨੇ। ਇਹਨਾਂ ਚੀਜ਼ਾਂ ਤੇ ਚੱਲਦੇ ਹੋਏ ਸਰਕਾਰਾਂ ਜਦ ਤੱਕ ਨਹੀਂ ਬਦਲਣੀਆਂ, ਕਾਨੂੰਨ ਵਿੱਚ ਫੇਰ ਬਦਲ ਨਹੀਂ ਹੋਣਗੇ, ਇਹੋ ਜਿਹੇ ਹਾਦਸੇ ਫਿਰ ਕਿਤੇ ਨਾ ਕਿਤੇ ਹੁੰਦੇ ਰਹਿਣਗੇ। ਇੱਕ ਮਿੰਟ ਪਰਵਿੰਦਰ ਜੀ, ਪਹਿਲੀ ਗੱਲ ਤੇ ਬੰਮੀ ਸਾਹਿਬ ਨੇ ਗੁਜਰਾਤ ਦੀ ਗੱਲ ਕੀਤੀ। ਮੈਂ ਦੱਸ ਦਿਆਂ ਜਿਹੜੇ ਪਹਿਲੇ 5 ਸੂਬੇ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਹਨ, ਭਾਵੇਂ ਜ਼ਹਿਰੀਲੀ ਹੋਵੇ ਤੇ ਭਾਵੇਂ ਦੂਜੀ ਹੋਵੇ, ਉਹਦਾ 1 ਨੰਬਰ ਗੁਜਰਾਤ ਦਾ ਵੀ। ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਜੀ। ਜਿਹੜੀ ਪਿਛਲੇ 10 ਸਾਲਾਂ ਦੀ ਰਿਪੋਰਟ ਸਰਕਾਰ ਨੇ ਆਪ ਕੱਢੀ ਬਾਹਰ, ਉਹਦੇ ਵਿੱਚ 11,830 ਬੰਦੇ ਜ਼ਹਿਰੀਲੀ ਸ਼ਰਾਬ ਮਰੇ ਨੇ, ਜਿਹਦੇ ਵਿੱਚ 9,000 ਬੰਦੇ ਤੇ 2,830 ਔਰਤਾਂ ਨੇ। ਜੀ ਪੱਟੀ ਸਾਹਿਬ, ਮੈਂ ਸਰਕਾਰੀ ਠੇਕਿਆਂ ਦੀ ਗੱਲ ਕੀਤੀ ਹੈ। ਇੱਥੇ ਕਹਿਣਾ ਚਾਹ ਰਿਹਾ ਕਤਲ ਹਿੰਦੁਸਤਾਨ ਸਾਰੇ ਚ, 1 ਮਿੰਟ ਪਰਵਿੰਦਰ ਜੀ ਮੈਂ ਦੱਸਦਾ, ਕਤਲ ਹਿੰਦੁਸਤਾਨ ਸਾਰੇ ਚ ਇੱਕ ਜੁਰਮ ਹੈ, ਪਰ ਸਾਰੇ ਹਿੰਦੁਸਤਾਨ ਚ ਕਤਲ ਹੁੰਦੇ ਹੈ। ਜੁਰਮ ਕਰਨ ਵਾਲਿਆਂ ਨੂੰ ਰੋਕਣਾ ਸਿਰਫ ਕਾਨੂੰਨ ਬਣਾਉਣਾ ਸਰਕਾਰ ਦੇ ਹੱਥ 'ਚ ਹੈ। ਜੁਰਮ ਕਰਨ ਵਾਲਿਆਂ ਦੇ ਘਰ ਜਾ ਕੇ ਉਦੋਂ ਹੀ ਦੇਖ ਸਕਦੇ ਹੋ ਜਦੋਂ ਕੋਈ ਰਿਪੋਰਟ ਆਏ ਜਾਂ ਸਰਵੇਲੈਂਸ ਨਾਲ। और सर्वेलेंस करनी भी तो सरकार ਦਾ ਹੀ ਸਰ, ਸਰਵੇਲੈਂਸ ਕਰਨੀ ਵੀ ਪੱਟੀ ਸਾਹਿਬ ਸਰਕਾਰ ਦਾ ਹੀ ਕੰਮ ਹੈ। ਜੇ ਜ਼ਹਿਰੀਲੀ ਸ਼ਰਾਬ ਨਾਲ ਉੱਥੇ ਲੋਕ ਮਰੇ ਹੈ ਤੇ ਉੱਥੇ ਵੀ ਸਰਕਾਰ ਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਫੇਲਿਅਰ ਹੈ, ਪੁਲਿਸ ਦਾ ਫੇਲਿਅਰ ਹੈ। ਨਹੀਂ, ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ ਹੈ ਜੀ, ਸ਼ੁਰੂ 'ਚ ਗੱਲ ਕਹੀ ਆ, ਜੋ ਸਿਸਟਮ ਚੱਲਦਾ ਇਹਦੇ ਵਿੱਚ ਸੁਧਾਰ ਕੀਤਾ ਜਾਵੇ, ਨਾ ਕੋਈ ਆਰਡੀਨੈਂਸ ਬਣਾਉਣ ਦੀ ਲੋੜ ਹੈ, ਨਾ ਕੋਈ ਨਵਾਂ ਕਾਨੂੰਨ ਬਣਾਉਣ। ਮੈਂ ਇਹੀ ਗੱਲ ਰੱਖੀ ਹੈ ਕਿ ਸਰਕਾਰਾਂ ਚਾਹਣ ਤੇ ਕਰ ਸਕਦੀਆਂ, ਸਿਰਫ ਕਰ ਸਕਦੀਆਂ। ਬਿਲਕੁਲ ਕਾਨੂੰਨ ਬਣਾਉਣਾ ਚਾਹਣ ਤੇ ਕਾਨੂੰਨ ਬਣਨਾ ਕੋਈ ਮੁਸ਼ਕਿਲ ਨਹੀਂ ਹੈ। ਕਾਨੂੰਨ ਇੰਪਲੀਮੈਂਟ ਕਰਨਾ ਚਾਹਣ ਤੇ ਕਾਨੂੰਨ ਇੰਪਲੀਮੈਂਟ ਕਰਨਾ ਕੋਈ ਮੁਸ਼ਕਿਲ ਨਹੀਂ ਹੈ ਸਰਕਾਰਾਂ ਵਾਸਤੇ। ਪਰ ਸਿਰਫ ਕਿਉਂਕਿ ਗੁਜਰਾਤ ਵੀ ਸਟੇਟ ਹੈ ਔਰ ਪੁਲਿਸ ਗੁਜਰਾਤ ਸਟੇਟ ਦੇ ਅੰਡਰ ਹੈ, ਫਿਰ ਉਹੀ ਗੱਲ ਘੁੰਮ ਕੇ ਆਉਂਦੀ ਹੈ ਕਿ ਲੋਕਲ MLAs ਦੇ ਕੁਝ ਚੇਲੇ ਹੈਗੇ, ਜਿਹੜੇ ਕੁਝ ਪੋਲੀਟੀਕਲ ਫਾਲੋਅਰਸ ਹੈ, ਜਿਹੜੇ ਇਹ ਕੰਮ ਕਰਦੇ ਹੈ, ਇਸ ਲਈ ਪੁਲਿਸ ਉਹਨਾਂ ਨੂੰ ਹੱਥ ਨਹੀਂ ਪਾਉਂਦੀ ਬਲਕਿ ਆਪਣਾ ਹਿੱਸਾ ਬਣਾ ਲੈਂਦੀ ਹੈ। ਜੀ ਬਿਲਕੁਲ, ਗੱਲ ਫਿਰ ਉੱਥੇ ਆ ਜਾਂਦੀ ਹੈ ਜੀ ਕਿ ਮੇਨ ਚੀਜ਼ ਕੀ ਹੈ ਕਿ ਸਰਕਾਰਾਂ ਨੂੰ ਆਪਣੇ ਰਵੱਈਏ ਬਦਲਨੇ ਪੈਣੇ ਨੇ, ਸਰਕਾਰਾਂ ਨੂੰ ਸਖਤੀ ਦਿਖਾਣੀ ਪੈਣੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਕਾਨੂੰਨ ਵਿੱਚ ਬਦਲਾਅ ਹੋਣੇ ਚਾਹੀਦੇ ਨੇ ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਔਰ ਇਹ ਚੀਜ਼ਾਂ ਕਾਨੂੰਨ ਵਿੱਚ ਬਦਲਾਅ ਜਿਹੜਾ ਉਹ ਸਰਕਾਰਾਂ ਨੇ ਹੀ ਕਰਨਾ ਹੈ। ਸੋ ਵਰਲਡ ਸਿੱਖ ਅਪਡੇਟਸ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਦਰਸ਼ਕਾਂ ਦਾ ਵੀ ਧੰਨਵਾਦ ਹੈ ਤੇ ਸਾਡੇ ਮਹਿਮਾਨਾਂ ਦਾ ਵੀ ਧੰਨਵਾਦ ਹੈ। ਤੇ ਸਾਡੇ ਚੈਨਲ ਦੇ ਜਿਹੜੇ ਥੱਲੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਹੋਰ ਕਿਸੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਰੱਖਣਾ ਚਾਹੋ। ਸਾਡਾ ਈਮੇਲ ID, ਸਾਡੇ WhatsApp ਨੰਬਰ ਹੈਗੇ ਨੇ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਦਾ ਬਟਨ ਜ਼ਰੂਰ ਦਬਾਉਣਾ। ਫਿਲਹਾਲ ਵਰਲਡ ਸਿੱਖ ਅਪਡੇਟਸ ਦੀ ਟੀਮ ਨੂੰ ਇੱਥੇ ਹੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।